बिस्मिल्लाहिर्रहमानिर्रहीम, अस्सलाम वालेकुम नाज़रीन, तुसी देख रहे हो मेरा प्रोग्राम जाग मेरे पंजाब और मैं हाँ तुहाडी मेज़बान शुमाइला नियाज़। नाज़रीन, जिहड़ा मेरा गुज़श्ता हफ्ता गुजरिया है उहदे विच मैं आखिरी प्रोग्राम कीता ते मेरी ख्वाहिश सी कि ईरान उत्ते जिहड़ा ना वो एक आखिरी प्रोग्राम होवे, लेकिन ताकि जिहड़ा ना मैं जिहड़े मेरे अगे आने वाले प्रोग्राम ने वो मुख्तलिफ टॉपिक्स उत्ते कीते जान और मेरे अगले प्रोग्राम तक जिहड़ा ना वो अमन ते शांति हो जाएगा। लेकिन बदकिस्मती नाल ਜਿਹੜਾ ਨਾ ਉਹ ਮੈਨੂੰ ਫਿਰ ਦੁਬਾਰਾ ਇਹ ਪ੍ਰੋਗਰਾਮ ਜਿਹੜਾ ਨਾ ਉਹ ਇसी ਟੌਪਿਕ ਤੇ ਕਰਨਾ ਪੈ ਰਿਹਾ, ਕਿਉਂਕਿ ਹਾਲਾਤ ਜਿਹੜੇ ਨੇ ਉਹ ਪਹਿਲੇ ਤੋਂ ਜ਼ਿਆਦਾ ਖਰਾਬ ਹੋ ਗਏ ਨੇ। ਜਿਹੜੇ ਮੇਰੇ ਖਿਆਲ ਚ ਸਨ ਨਿਊਜ਼ ਦੇ ਜਿਹੜੇ ਨਾਜ਼ਰੀਨ ਨੇ ਉਹ ਹਾਲਾਤੋਂ ਵਾਕਿਆਤ ਤੋਂ ਜਿਹੜੇ ਨੇ ਵਾਕਿਫ, ਉਹਨਾਂ ਨੂੰ ਪਤਾ ਹੈ ਕਿ ਕੀ ਚੱਲ ਰਿਹਾ ਤੇ ਕੀ ਹੋ ਰਿਹਾ, ਠੀਕ ਹੈ, ਤੇ ਕੌਣ ਕੀ ਕਰ ਰਿਹਾ। ਇਸ ਵਾਸਤੇ ਮੈਂ ਕੋਸ਼ਿਸ਼ ਕਰਾਂਗੀ ਕਿ ਪ੍ਰੋਗਰਾਮ ਦੇ ਵਿੱਚ ਉਹ ਚੀਜ਼ਾਂ ਸ਼ਾਮਿਲ ਕੀਤੀਆਂ ਜਾਣ ਜਿਹੜੀਆਂ ਰੂਟੀਨ ਤੋਂ ਹਟ ਕੇ ਹੋਣ ਤੇ ਸਾਡੇ ਵਿਊਵਰਸ ਨੂੰ ਜਿਹੜਾ ਨਾ ਸੂਰਤ ਹਾਲ ਦਾ ਇੱਕ ਬ੍ਰੌਡਰ ਜਿਹੜਾ ਨਾ ਪਿਕਚਰ ਉਹ ਵੀ ਸਮਝ ਆਵੇ, ਉਹਦਾ ਸਮਝ ਆਉਣਾ ਬਹੁਤ ਜ਼ਰੂਰੀ ਹੈ। ਖੈਰ ਪਹਿਲੇ ਜਿਹੜਾ ਨਾ ਉਹ ਹਿਸਾਬ ਲਾਉਂਦੇ ਆ ਇਹ ਬਦਬਖਤ ਇਸਰਾਈਲ ਤੇ ਉਹ ਜਿਹੜਾ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਉਹ ਜੀਮੇਲ ਦਾ ਜਾਂ ਯਾਹੂ ਦਾ ਜਿਹੜਾ ਪੁੱਤਰ ਹੈ ਨਿਤਨਯਾਹੂ, ਉਹ ਪਤਾ ਨਹੀਂ ਕੀ ਚਾਹੁੰਦਾ ਹੈ ਤੇ ਮਾਮਲਾ ਹੁਣ ਕਿਸ ਪਾਸੇ ਜਾਵੇਗਾ। ਇਸ ਸਾਰੀ ਸੂਰਤ ਹਾਲ ਦੇ ਬਾਰੇ ਤੁਹਾਨੂੰ ਦੱਸਾਂਗੇ। ਜੋਹਰੀ ਤਵਾਨਾਈ ਤੇ ਯੂਰੇਨੀਅਮ ਅਫਜ਼ੂਦਗੀ ਦੇ ਨਿਗਰਾਨ ਇਦਾਰੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਨੇ 12 ਜੂਨ ਨੂੰ ਅਮਰੀਕਾ ਤੇ ਯੂਰਪੀ ਮਮਾਲਿਕ ਦੀ ਈਰਾਨ ਦੇ ਖਿਲਾਫ ਪੇਸ਼ ਕੀਤੀ ਗਈ ਕਰਾਰਦਾਦ ਮਨਜ਼ੂਰ ਕੀਤੀ ਕਿ ਈਰਾਨ ਜਿਹੜਾ ਉਹ ਜੋਹਰੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਰਿਹਾ। ਤੁਸੀਂ ਸੋਚ ਰਹੇ ਹੋਗੇ ਕਿ ਪਤਾ ਨਹੀਂ ਇਹਨੂੰ ਕੀ ਹੋ ਗਿਆ ਕਿ 12 ਜੂਨ ਦੀ ਗੱਲ ਨੂੰ ਇਹ 23 ਜੂਨ ਨੂੰ ਕਿਉਂ ਕਰ ਰਹੀ ਹੈ। ਜੀ ਹਾਂ, ਕਿਉਂਕਿ ਗੱਲਾਂ ਵਿੱਚੋਂ ਹਮੇਸ਼ਾ ਗੱਲ ਨਿਕਲਦੀ ਔਰ ਕਹਿੰਦੇ ਨਾ ਕਿ ਜਿਹੜੀ ਗੱਲ ਤੈਅ ਵਿੱਚ ਹੁੰਦੀ ਹੈ ਨਾ ਉਹੀ ਅਸਲ ਗੱਲ ਹੁੰਦੀ ਹੈ, ਔਰ ਉਹੀ ਤੁਹਾਨੂੰ ਗੱਲ ਦੱਸਦੇ ਆ। ਖੈਰ ਕਰਾਰਦਾਦ ਦੀ ਗੱਲ ਹੋ ਰਹੀ ਸੀ ਕਿ ਬਰਤਾਨੀਆ, ਫਰਾਂਸ, ਜਰਮਨੀ ਤੇ ਅਮਰੀਕਾ ਦੀ ਤਰਫੋਂ ਆਉਣ ਵਾਲੀ ਜਿਹੜੀਆਂ ਕਰਾਰਦਾਦਾਂ ਨੇ ਉਹਨਾਂ ਨੂੰ ਇੰਟਰਨੈਸ਼ਨਲ ਐਟੋਮਿਕ ਐਨਰਜੀ ਜਿਹੜੀ ਏਜੰਸੀ ਦੇ 35 ਰੁਕਨੀ ਬੋਰਡ ਆਫ ਗਵਰਨਰਸ ਨੇ ਮਨਜ਼ੂਰ ਕੀਤਾ। ਇਹਦੇ ਨਾਲ ਜਿਹਦੇ ਵਿੱਚ 19 ਅਰਕਾਨ ਨੇ ਹਮਾਇਤ ਕੀਤੀ ਤੇ 3 ਨੇ ਮੁਖਾਲਫਤ, ਜਦਕਿ 11 ਮਮਾਲਿਕ ਨੇ ਗੈਰ ਜਾਨਬਦਾਰੀ ਇਖਤਿਆਰ ਕੀਤੀ ਤੇ 2 ਮਮਾਲਿਕ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਇਹ ਖਬਰ ਆਈ ਤੇ ਲੰਘ ਗਈ। ਕਿਸੇ ਨੇ ਇਹ ਨਹੀਂ ਸੋਚਿਆ ਕਿ ਇਹ ਅਮਰੀਕਾ ਦੇ ਮੁਖਾਲਿਫ ਖੜੇ ਹੋਣ ਵਾਲੇ ਜਿਹੜੇ 3 ਮਮਾਲਿਕ ਸੀ ਇਹ ਕਿਹੜੇ ਸੀ, ਇੱਥੇ ਨਿਊਟਰਲ ਕੌਣ ਸੀ ਤੇ ਵੋਟਿੰਗ ਵਿੱਚ ਕਿੰਨਿਆਂ ਨੇ ਹਿੱਸਾ ਲਿਆ, ਕਿਉਂਕਿ ਇਹਦੇ ਤੋਂ ਪਤਾ ਲੱਗੇਗਾ ਕਿ ਜਿਹੜੀ ਨਵੀਂ ਸਫਬੰਦੀ ਹੈ ਉਹ ਹੋ ਰਹੀ ਹੈ ਔਰ ਕਿਹਦੇ ਨਾਲ ਹੋ ਰਹੀ ਹੈ। ਜਨਾਬ, ਸਭ ਤੋਂ ਪਹਿਲੇ ਤੇ ਮੈਂ ਇਹ ਦੱਸਦੀ ਜਾਵਾਂ ਕਿ ਪਾਕਿਸਤਾਨ ਇਸ ਮਾਮਲੇ ਵਿੱਚ ਇੱਥੇ ਜਾ ਕੇ ਵੀ ਹਮੇਸ਼ਾ ਦੀ ਤਰ੍ਹਾਂ ਜਿਹੜਾ ਨਾ ਉਹ ਨਿਊਟਰਲ ਹੀ ਰਿਹਾ ਤੇ ਜਿਹੜੇ ਸ਼ੇਰ ਜਵਾਨ ਮੁਲਕਾਂ ਨੇ ਮੁਖਾਲਫਤ ਕੀਤੀ ਉਹਦੇ ਵਿੱਚ ਅਮਰੀਕਾ ਜਿਹੜਾ ਨਾ ਉਹਨੂੰ ਹਰ ਮਹਾਜ਼ ਤੇ ਟਫ ਟਾਈਮ ਦੇਣ ਵਾਲਾ ਚੀਨ ਜਿਹੜਾ ਉਹ ਹਮੇਸ਼ਾ ਦੀ ਤਰ੍ਹਾਂ ਸਾਰੇ ਫਹਿਰਿਸਤ ਰਿਹਾ। ਦੂਸਰੇ ਨੰਬਰ ਤੇ ਪੂਰੇ ਮਗਰਬ ਦੇ ਸਾਹਮਣੇ ਖੜਾ ਹੋਣ ਵਾਲਾ ਰੂਸ ਸੀ, ਜਦਕਿ ਤੀਸਰੇ ਨੰਬਰ ਦਾ ਅਗਰ ਮੈਂ ਤੁਹਾਨੂੰ ਇਹ ਕਹਾਂ ਕਿ ਤੁਸੀਂ ਗੈਸ ਕਰੋ ਕਿ ਕਿਹੜਾ ਮੁਲਕ ਹੈ, ਭਾਵੇਂ ਸ਼ਰਤ ਲਾ ਲਓ ਮੇਰੇ ਨਾਲ ਇੱਥੇ, ਔਰ ਮੈਂ ਯਕੀਨ ਨਾਲ ਕਹਿ ਸਕਦੀ ਹਾਂ, ਦਾਅਵੇ ਨਾਲ ਕਹਿ ਸਕਦੀ ਹਾਂ ਕਿ ਤੁਸੀਂ ਜਿਹੜਾ ਨਾ ਉਹ ਇਹ ਸ਼ਰਤ ਹਾਰ ਜਾਓਗੇ, ਕਿਉਂਕਿ ਜਿਹੜਾ ਇਸ ਮੁਲਕ ਦਾ ਨਾਂ ਹੈ ਤਕਰੀਬਨ ਮੈਂ ਵੀ ਉਹ ਪਹਿਲੀ ਦਫਾ ਸੁਣਿਆ, ਠੀਕ ਹੈ, ਔਰ ਮੈਂ ਤੁਹਾਨੂੰ ਦੱਸਦੀ ਜਾਵਾਂ ਕਿ ਉਹ ਮੁਲਕ ਹੈ ਬਰਕੀਨਾ ਫਾਸੋ। ਬਰਕੀਨਾ ਫਾਸੋ ਬਰ-ਏ-ਆਜ਼ਮ ਅਫਰੀਕਾ ਦਾ 1-2 ਕਰੋੜ ਆਬਾਦੀ ਤੇ ਮੁਸ਼ਤਮਿਲ ਛੋਟਾ ਜਿਹਾ ਮੁਲਕ ਹੈ ਜਿਹਨੇ ਇੰਨੀ ਹਿੰਮਤ ਕੀਤੀ। ਜਦੋਂ ਮੈਂ ਇਹ ਸੁਣਿਆ ਕਿ ਇਹ ਆਖਿਆ ਚਲੋ ਵੇਖੇ ਤਾਂ ਸਹੀ ਕਿ ਇਹ ਜਿਹੜਾ ਬਰਕੀਨਾ ਫਾਸੋ ਹੈ ਇਹ ਕਿਹੜੀ ਬਲਾ ਦਾ ਨਾਮ ਹੈ ਤੇ ਕਿਹੜੀ ਮਾਂ ਨੇ ਜਿਹੜਾ ਨਾ ਇਹ ਛੋਟੇ ਜਿਹੇ ਮੁਲਕ ਵਿੱਚ ਟੀਪੂ ਸੁਲਤਾਨ ਜਿਹਾ ਇੱਕ ਜਿਹੜਾ ਲੜਕਾ ਹੈ, ਇੱਕ ਨੌਜਵਾਨ ਉਹ ਪੈਦਾ ਕੀਤਾ ਜਿਹਨੇ ਫਰੌਨ ਨੂੰ ਜਿਹੜਾ ਨਾ ਉਹ ਮੱਥਾ ਲਾ ਲਿਆ। ਤੇ ਜਨਾਬ, ਇਸ ਮੁਲਕ ਦੇ ਅਗਰ ਸੂਰਤ ਹਾਲ ਦੀ ਗੱਲ ਕੀਤੀ ਜਾਵੇ, ਮੈਂ ਚਾਹਾਂਗੀ ਕਿ ਤੁਹਾਡਾ ਜਿਹੜਾ ਕੀਮਤੀ ਟਾਈਮ ਹੈ ਉਹਨੂੰ ਮੁਖਤਸਰ ਮੈਂ ਤੁਹਾਨੂੰ ਦੱਸਾਂ ਇਸ ਬਾਰੇ 'ਚ। ਔਰ ਇਸ ਮੁਲਕ ਦੇ ਸਰਬਰਾਹ ਦਾ ਜਿਹੜਾ ਨਾਂ ਹੈ ਉਹ ਹੈ ਇਬਰਾਹੀਮ ਤਰੋਰੇ। 2 ਕਰੋੜ ਦੀ ਆਬਾਦੀ ਦੇ ਇਸ ਮੁਲਕ ਯਾਨੀ ਬਰਕੀਨਾ ਫਾਸੋ ਮੌਜੂਦਾ ਜਿਹੜਾ ਸਦਰ ਹੈ ਉਹਦਾ ਨਾਂ ਹੈ ਕੈਪਟਨ ਇਬਰਾਹੀਮ ਤਰੋਰੇ। ਇਬਰਾਹੀਮ ਤਰੋਰੇ ਜਿਹੜਾ ਨਾ ਉਹ ਮੇਰੇ ਤੋਂ ਥੋੜ੍ਹਾ ਜਿਹਾ ਛੋਟਾ ਹੈ ਵੈਸੇ, ਯਾਨੀ ਉਹਦੀ ਉਮਰ ਹੈ 37 ਸਾਲ। ਜਿਵੇਂ ਤੁਹਾਨੂੰ ਜਿਹੜਾ ਨਾ ਨਾਂ ਤੋਂ ਸਮਝ ਲੱਗ ਗਈ ਹੋਏਗੀ ਕਿ ਜਨਾਬ ਦੇ ਨਾਂ ਦੇ ਨਾਲ ਕੈਪਟਨ ਲੱਗਿਆ ਹੈ, ਮਤਲਬ ਹਕੂਮਤ ਜਿਹੜਾ ਹੈ ਨਾ ਉਹ ਇਹਨਾਂ ਨੂੰ ਲੈਣੀ ਹੀ ਪਈ। ਔਰ ਇਸ ਜਵਾਨ ਦੀ ਐਸੀ ਕਹਾਣੀ ਹੈ ਕਿ ਤੁਸੀਂ ਅਸ਼ ਕਰ ਉਠੋਗੇ। ਸਤੰਬਰ 2022 ਨੂੰ ਇੱਕ ਫੌਜੀ ਬਗਾਵਤ ਤੋਂ ਬਾਅਦ ਤਰੋਰੇ ਨੇ ਇਕਤਦਾਰ ਜਿਹੜਾ ਨਾ ਉਹ ਸੰਭਾਲਿਆ, ਲੇਕਿਨ ਤਰੋਰੇ ਰਵਾਇਤੀ ਆਮਰਾ ਦੀ ਤਰ੍ਹਾਂ ਜਿਹੜਾ ਨਾ ਮੌਕਾ ਪ੍ਰਸਤ ਨਹੀਂ ਸੀ, ਬਲਕਿ ਇੱਕ ਮਿਸ਼ਨ ਦੇ ਨਾਲ ਜਿਹੜਾ ਨਾ ਉਹ ਹੁਕੂਮਤ ਵਿੱਚ ਆਇਆ। ਔਰ ਇਹ ਵਜ੍ਹਾ ਸੀ ਕਿ ਉਹਨੇ ਪੂਰੀ ਜਿਹੜੀ ਕੌਮ ਹੈ ਉਸ ਆਮਰ ਦੇ ਨਾਲ ਹਕੀਕੀ ਤੌਰ ਤੇ ਜਿਹੜਾ ਨਾ ਵੋਟ ਦਿੱਤੇ ਬਗੈਰ ਹੀ ਖੜੀ ਹੋ ਗਈ। ਇਬਰਾਹੀਮ ਤਰੋੜੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਬਰਾਹੀਮ ਤਰੋੜੇ ਦਾ ਜਿਹੜਾ ਵਾਲਦ ਹੈ ਉਹ ਇੱਕ ਜਿਹੜਾ ਇਸ ਗਰੀਬ ਮੁਲਕ ਦੀ ਖਾਤਰ ਇੱਕ ਗਰੀਬ ਸ਼ਹਿਰੀ ਸੀ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ।
ਲੇਕਿਨ ਉਹਨਾਂ ਦੇ ਵਾਲਦ ਜਿਹੜੇ ਨੇ ਉਹ ਸੋਨੇ ਦੀ ਕਾਣ ਵਿੱਚ ਕਾਨਕੂਨੀ ਕਰਦੇ ਸੀ ਔਰ ਇੱਕ ਅਫਸੋਸਨਾਕ ਹਾਦਸੇ ਵਿੱਚ ਦੁਨੀਆ ਫਾਨੀ ਤੋਂ ਕੂਚ ਕਰ ਗਏ। ਤਰੋੜੇ ਜਿਹੜਾ ਨਾ ਉਦੋਂ ਛੋਟਾ ਜਿਹਾ ਸੀ, ਉਹਨੂੰ ਪਤਾ ਚੱਲਿਆ ਕਿ ਜਿਹੜੀ ਇੰਟਰਨੈਸ਼ਨਲ ਕੰਪਨੀ ਕੋਲ ਠੇਕਾ ਸੀ ਉਹਨੇ ਬੜੇ ਬੁਰੇ ਹਾਲਾਤ ਵਿੱਚ ਮਜ਼ਦੂਰਾਂ ਕੋਲੋਂ ਕੰਮ ਲਿਆ ਤੇ ਕੋਈ ਵੀ ਇਹਤਿਆਤੀ ਸਮਾਨ ਜਿਹੜਾ ਨਾ ਉਹ ਮੁਹੱਈਆ ਨਹੀਂ ਕੀਤਾ ਗਿਆ। ਔਰ ਇਹ ਮੌਤ ਤਰੋੜੇ ਦੇ ਦਿਮਾਗ ਦੇ ਵਿੱਚ ਮਗਰਬੀ ਸਾਮਰਾਜ ਦੇ ਖਿਲਾਫ ਐਸੀ ਨਕਸ਼ ਹੋਈ ਕਿ ਤਰੋੜੇ ਨੇ ਫੈਸਲਾ ਕਰ ਲਿਆ ਕਿ ਪੜ੍ਹ ਲਿਖ ਕੇ ਮੈਂ ਫੌਜ 'ਚ ਜਾਵਾਂਗਾ ਔਰ ਉਹਨੇ ਇਸ ख्वाब ਨੂੰ ਹਕੀਕਤ 'ਚ ਬਦਲਿਆ। ਉਹ ਫੌਜ 'ਚ ਭਰਤੀ ਹੋਇਆ, ਠੀਕ ਹੈ। ਔਰ ਹਕੂਮਤ ਵਿੱਚ ਉਹਨੇ ਆ ਕੇ ਆਖਿਆ ਕਿ ਪੂਰੀ ਸਰਕਾਰ ਮਗਰਬੀ ਇਸ਼ਾਰਿਆਂ ਤੇ ਮੁਲਕੀ ਮਾਦਨੀਆਤ ਨੂੰ ਜਿਹੜਾ ਨਾ ਉਹ ਇਸਤੇਮਾਲ ਕਰਦੇ ਨੇ ਤੇ ਅਮੀਰ ਜਿਹੜਾ ਨਾ ਉਹ ਅਮੀਰ ਤਰ ਹੁੰਦਾ ਜਾ ਰਿਹਾ ਤੇ ਗਰੀਬ ਗਰੀਬ ਤਰ ਹੁੰਦਾ ਜਾ ਰਿਹਾ। ਇਬਰਾਹੀਮ ਤਰੋੜੇ ਦੇ ਸਾਹਮਣੇ ਮੁਲਕ ਵਿੱਚ ਮਾਰਸ਼ਲ ਲਾਅ ਨਾਫਿਜ਼ ਹੋਇਆ ਤੇ ਇੱਕ ਡਿਕਟੇਟਰ ਨੇ ਮੁਲਕ ਦੀ ਬਾਗਡੋਰ ਸੰਭਾਲ ਲਈ, ਲੇਕਿਨ ਨਤਾਇਜ ਜਿਹੜੇ ਨੇ ਉਦੋਂ ਵੀ ਸਿਫਰ ਰਹੇ। ਤਰੋੜੇ ਨੇ ਫੌਜ ਦਾ ਛੋਟਾ ਜਿਹਾ ਅਹੁਦਾ ਯਾਨੀ ਕੈਪਟਨ ਰੈਂਕ ਹੋਣ ਦੇ ਬਾਵਜੂਦ ਆਪਣੇ ਹਮ ਖਿਆਲ ਲੋਕਾਂ ਨੂੰ ਇਕੱਠਾ ਕੀਤਾ। ਫੌਜ ਵਿੱਚ ਇੱਕ ਮਜ਼ਬੂਤ ਹਮ ਖਿਆਲ ਗਰੁੱਪ ਦੀ ਮਦਦ ਨਾਲ ਸਤੰਬਰ 2022 ਨੂੰ ਸਰਕਾਰੀ ਟੀਵੀ ਤੇ ਕੰਟਰੋਲ ਸੰਭਾਲ ਕੇ ਮੁਲਕ ਦੇ ਸਦਰ ਹੋਣ ਦਾ ਐਲਾਨ ਕੀਤਾ ਔਰ ਉਹਨੇ ਆਖਿਆ ਕਿ ਅੱਜ ਤੋਂ ਬਾਅਦ ਜਦੋਂ ਤੱਕ ਮੈਂ ਇਸ ਮੁਲਕ ਵਿੱਚੋਂ ਗੁਰਬਤ ਖਤਮ ਨਹੀਂ ਕਰਦਾ ਨਾ, ਮੈਂ ਚੈਨ ਨਾਲ ਨਹੀਂ ਬੈਠਾਂਗਾ। ਤਰੋੜੇ ਦੇ ਜਿਹੜੇ ਇਹ ਐਲਾਨ ਨੇ ਸਿਰਫ ਐਲਾਨ ਨਹੀਂ ਸੀ, ਬਲਕਿ ਨਜ਼ਰੀਆਤ ਦੀ ਬੁਨਿਆਦ ਤੇ ਹੋਣ ਵਾਲੀ ਪਰਵਰਿਸ਼ ਸੀ ਜਿਹਨੂੰ ਇਸ ਜਵਾਨ ਨੇ ਦਿਨ ਰਾਤ ਇੱਕ ਕਰਕੇ ਪਰਵਾਨ ਚੜਾਇਆ। ਨਾਜ਼ਰੀਨ, ਬਰ-ਏ-ਆਜ਼ਮ ਅਫਰੀਕਾ ਦੇ ਜਿਹੜੇ ਵੱਡੇ ਵੱਡੇ ਮੁਲਕਾਂ ਦੀ ਤਰ੍ਹਾਂ ਬਰਕੀਨਾ ਫਾਸੋ ਜਿਹੜਾ ਨਾ ਉਹ ਸੋਨੇ ਦੀ ਦੌਲਤ ਨਾਲ ਮਾਲਾਮਾਲ ਹੈ, ਲੇਕਿਨ ਫਿਰ ਵੀ ਗਰੀਬ ਹੈ। ਤਰੋੜੇ ਨੇ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਸੋਨੇ ਦੀ ਕਾਨਾਂ ਜਿਹੜੀ ਨਾ ਉਹ ਪ੍ਰਾਈਵੇਟ ਕੰਪਨੀਆਂ ਨਹੀਂ ਬਲਕਿ ਹਕੂਮਤ ਦੇ ਕਬਜ਼ੇ ਵਿੱਚ ਹੋਣਗੀਆਂ। ਹੁਕੂਮਤੀ ਐਵਾਨਾਂ ਵਿੱਚ ਜਿਹੜਾ ਨਾ ਉਦੋਂ ਤੱਕ 에ਅਰ ਕੰਡੀਸ਼ਨ ਨਹੀਂ ਲੱਗਣਗੇ ਜਦੋਂ ਤੱਕ ਇੱਕ ਸਕੂਲ ਦੇ ਵਿੱਚ ਪੱਖਾ ਨਹੀਂ ਲੱਗ ਜਾਂਦਾ। ਤਰੋੜੇ ਦੀਆਂ ਇਹ ਗੱਲਾਂ ਸਿਰਫ ਦਾਅਵੇ ਨਹੀਂ ਬਲਕਿ ਅਮਲੀ ਇਕਦਾਮਾਤ ਵੀ ਸੀ ਜਿਨੇ ਫੌਰੀ ਤੌਰ ਤੇ ਫਰਾਂਸ ਦੀ ਕੰਪਨੀ ਬਲਕਿ ਬੇਸ਼ਤਰ ਕੰਪਨੀਆਂ ਨੂੰ ਤੇ ਫੌਜ ਨੂੰ ਮੁਲਕੋਂ ਬਾਹਰ ਕੱਢਤਾ ਔਰ ਨਾਲ ਹੀ ਨਾਲ ਜਿਹੜਾ ਨਾ ਉਹ ਕਾਨਾਂ ਜਿਹੜੀਆਂ ਨੇ ਹੁਕੂਮਤੀ ਕਬਜ਼ੇ ਵਿੱਚ ਲੈ ਲਈਆਂ। ਔਰ ਮਜ਼ੇਦਾਰ ਗੱਲ ਇਹ ਹੈ ਕਿ ਸਾਊਦੀ ਅਰਬ ਨੇ ਮਸਜਿਦਾਂ ਬਣਾਉਣ ਦੀ ਪੇਸ਼ਕਸ਼ ਕੀਤੀ ਬਰਕੀਨਾ ਫਾਸੋ ਨੂੰ ਤੇ ਇਹ ਕਿ ਉਹਨਾਂ ਨੇ ਜਵਾਬ ਦਿੱਤਾ ਕਿ ਨਮਾਜ਼ੀਆਂ ਵਾਸਤੇ ਜਿਹੜਾ ਨਾ ਉਹ ਮਸੀਤਾਂ ਸਾਡੇ ਕੋਲ ਬਥੇਰੀਆਂ ਨੇ, ਅਗਰ ਤੁਸੀਂ ਕੋਈ ਮਦਦ ਕਰਨਾ ਹੀ ਚਾਹੁੰਦੇ ਹੈ ਤੇ ਸਾਨੂੰ ਫਿਰ ਸਕੂਲ ਬਣਾ ਦਿਓ। ਖੈਰ, ਕਾਨਕੂਨੀ ਦੇ ਨਾਲ ਕਿਉਂਕਿ ਇੱਕ ਜ਼ਰਾਈ ਮੁਲਕ ਵੀ ਹੈ ਤੇ ਇਬਰਾਹੀਮ ਤਰੋੜੇ ਨੇ ਕਿਸਾਨਾਂ ਵਾਸਤੇ ਵੀ ਬੜੇ ਹੀ ਜ਼ਿਆਦਾ ਇਨਕਲਾਬੀ ਇਕਦਾਮਾਤ ਵੀ ਕੀਤੇ। ਉਹਨੇ ਹਕੂਮਤੀ ਖਜ਼ਾਨੇ ਵਿੱਚੋਂ 4000 ਕਿਸਾਨਾਂ ਨੂੰ ਟਰੈਕਟਰ ਵੀ ਲੈ ਕੇ ਦਿੱਤੇ ਤੇ ਮੁਲਕੀ ਪੈਦਾਵਾਰ ਵਧਾਉਣ ਵਾਸਤੇ ਅਪੀਲ ਵੀ ਕੀਤੀ। ਜ਼ਰਾਈ ਪੈਦਾਵਾਰ ਨੂੰ ਜਿਹੜਾ ਨਾ ਕਾਰਾਮਦ ਬਣਾਉਣ ਵਾਸਤੇ ਮੁਲਕ ਵਿੱਚ ਟੈਕਸਟਾਈਲ ਮਿਲਜ਼ ਵੀ ਲਾ ਕੇ ਦਿੱਤੀਆਂ। ਤੁਸੀਂ ਹੈਰਾਨ ਹੋ ਰਹੇ ਹੋਗੇ ਕਿ ਇੱਕ ਨੌਜਵਾਨ ਨੇ ਆਪਣੇ ਮੁਲਕ ਵਾਸਤੇ ਕਿੰਨਾ ਕੁਛ ਕੀਤਾ, ਮਤਲਬ ਉਹਨੇ ਕਿਸ ਤਰ੍ਹਾਂ ਇਹ ਸਾਰਾ ਫਰੇਮ ਕੀਤਾ ਕਿ ਵੀ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲਣਾ। ਖੈਰ, ਉਹਨੇ ਬਹੁਤ ਸਾਰੀਆਂ ਫੈਕਟਰੀਆਂ ਇਸ ਵਾਸਤੇ ਵੀ ਲਾਈਆਂ ਕਿ ਜਿਹੜੇ ਉੱਥੇ ਕਾਜੂ ਬਦਾਮ ਇਸ ਤਰ੍ਹਾਂ ਦੀ ਪੈਦਾਵਾਰ ਵੀ ਬਹੁਤ ਹੁੰਦੀ ਹੈ, ਇਹਨਾਂ ਦੀ ਪੈਕਿੰਗ ਵਾਸਤੇ ਵੀ ਫੈਕਟਰੀਆਂ ਲਾਈਆਂ ਤਾਂ ਕਿ ਮੁਲਕ ਵਿੱਚ ਜਿਹੜਾ ਨਾ ਉਹ ਪੈਸੇ ਆ ਸਕਣ। ਸਿਹਤ ਵਾਸਤੇ ਵੀ ਖਸੂਸੀ ਟਾਸਕ ਫੋਰਸ ਬਣਾਈ ਤੇ ਸਿਰਫ 3 ਸਾਲ ਦੇ ਵਿੱਚ ਇਬਰਾਹੀਮ ਤਰੋੜੇ ਨੇ ਆਪਣੇ ਮੁਲਕ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਉਹਨੇ ਐਸੀ ਪਰਫਾਰਮੈਂਸ ਦਿੱਤੀ ਜਿਹਦੇ ਨਾਲ ਨਾ ਸਿਰਫ ਮੁਲਕੀ ਆਵਾਮ ਬਲਕਿ ਨਾਲ ਦੀਆਂ ਜਿਹੜੀਆਂ ਛੋਟੀਆਂ-ਮੋਟੀਆਂ ਰਿਆਸਤਾਂ ਨੇ ਉਹਨਾਂ ਨੇ ਵੀ ਇਸ ਮੁਲਕ ਦੇ ਨਾਲ ਇਲਹਾਕ ਕਰਨਾ ਸ਼ੁਰੂ ਕਰਤਾ। ਜਨਾਬ, ਖਾਰਜਾ ਪਾਲਿਸੀ ਮਹਾਜ਼ ਵਿੱਚ ਰੂਸ ਨੂੰ ਸਭ ਤੋਂ ਪਹਿਲੇ ਅਗਰ ਕਿਸੇ ਨੇ ਝੰਡੀ ਕਰਾਈ ਹੈ, ਮੈਂ ਰਿਪੀਟ ਕਰਦਾ ਕਿ ਖਾਰਜਾ ਪਾਲਿਸੀ ਮਹਾਜ਼ ਵਿੱਚ ਰੂਸ ਨੂੰ ਸਭ ਤੋਂ ਪਹਿਲੇ ਝੰਡੀ ਕਰਾਈ ਉਹ ਜਿਹੜਾ ਨਾ ਕਿਉਂਕਿ ਇਹਨਾਂ ਦੇ ਮੁਤਾਬਿਕ ਰੂਸ ਹੀ ਹੈ ਜਿਹੜਾ ਇਹਨਾਂ ਦੀ ਸਾਰੀ ਦੌਲਤ ਨੂੰ ਵੇਚ ਕੇ ਅਮੀਰ ਹੋਇਆ, ਇਸ ਵਾਸਤੇ ਸਭ ਤੋਂ ਪਹਿਲੇ ਇਹਨਾਂ ਨੂੰ ਝੰਡੀ ਕਰਾਈ। ਅਮਰੀਕਾ ਤੇ ਰੂਸ ਵਰਗੇ ਮੁਲਕਾਂ ਦੀ ਮੁਖਾਲਫਤ ਜਿਹੜਾ ਨਾ ਉਹਦਾ ਮੁੱਲ ਪਾਉਂਦਿਆਂ ਹੋਇਆ ਇਸ ਜਵਾਨ ਨੇ ਰੂਸ ਵਿੱਚ ਰੂਸੀ ਸਦਰ ਦੀ ਖਸੂਸੀ ਦਾਵਤ ਤੇ ਜਿਹੜਾ ਨਾ ਉਹਨੂੰ ਮਿਲਣ ਵੀ ਗਿਆ। ਰੂਸ ਦੇ ਸਦਰ ਨੇ ਇਬਰਾਹੀਮ ਤਰੋੜੇ ਨੂੰ ਮੁਲਾਕਾਤ ਵਾਸਤੇ ਖਸੂਸੀ ਤਿਆਰਾ ਵੀ ਭੇਜਿਆ ਜਿਹੜਾ ਪੂਰੇ ਸਕਾਡ ਨਾਲ ਭਰਪੂਰ ਸਿਕਿਉਰਿਟੀ ਦੇ ਨਾਲ ਰੂਸ ਲੈ ਕੇ ਪਹੁੰਚਿਆ। ਇਬਰਾਹੀਮ ਤਰੋੜੇ ਆਪਣੀ ਕੌਮੀ ਗੈਰਤ ਤੇ ਅਹਿਮੀਅਤ ਨਾਲ ਅਮਰੀਕਾ ਦੇ ਖਿਲਾਫ ਵੋਟ ਕਾਸਟ ਕਰ ਰਿਹਾ, ਲੇਕਿਨ ਪਾਕਿਸਤਾਨ ਸਮੇਤ ਕਈ ਮਮਾਲਿਕ ਨੂੰ ਮੁਆਸ਼ੀ ਮਫਾਦਾਤ, ਮੁਲਕੀ ਵਕਾਰ ਤੇ ਮਰਜ਼ੀ ਦੇ ਮੁਤਾਬਿਕ ਫੈਸਲੇ ਕਰਨ ਤੋਂ ਰੋਕਦੇ ਨੇ। ਅਗਰ ਅਸੀਂ ਅੱਗੇ ਨਿਕਲਣਾ ਹੈ ਤੇ ਫਿਰ ਇਬਰਾਹੀਮ ਤਰੋੜੇ ਦੀ ਤਰ੍ਹਾਂ ਮੁਲਕੀ ਮਫਾਦਾਤ ਦੇ ਮੁਤਾਬਿਕ ਵੱਡੇ ਵੱਡੇ ਫੈਸਲੇ ਕਰਨੇ ਹੋਣਗੇ
تاکہ ملکی مفادات وچ فیصلے کرن تو پہلے معاشی مجبوریاں ساڑے سامنے نہ آن. خیر گل بہت لمبی ہوگی. موجودہ صورتحال تے گل کرنے واسطے بھی مہمان جڑے نا وہ سارے پروگرام دے وچ شامل ہون گے, لیکن پروگرام دا باقاعدہ آغاز کریں گے آپ اس چھوٹی جی بریک تو بعد. ویلکم بیک ناظرین. اور میرے خیال چ بہت سارے لوگ نے جنہوں نے بریک دے وچ جڑا نا وہ ابراہیم ترورے نو ڈیفینیٹلی سرچ کیتا ہوئے گا. اگر ہج تک نہیں کیتا تو میں چاہوں گی کہ تسی برکینا فاسو نو بھی سرچ کرو اور ابراہیم ترورے نو بھی سرچ کرو کہ کس طرح ایک انسان, ایک نوجوان جڑا ہے وہ اپنے ملک واسطے کی کردا پیا, اور انہوں پتہ ہے کہ اسی اس وقت غربت دے نال بھی جڑا نا وہ ڈیل کر رہے ہیں, لیکن پھر بھی ہر جی چیز نو پار کرتے ہوئے اپنے ملک دی فلاح واسطے کام کر رہے ہیں. بہرحال پروگرام دے وچ جڑے نے میرے مہمان نے عبداللہ حمید گل صاحب جو کہ چیئرمین نے تحریک جوانان پاکستان دے نال دفاعی تجزیہ کار بھی نے, جڑی اس ٹائم خطے دے وچ ایک اگ لگی ہوئی ہے اودے تے گل کرانگے کہ سر مینوں سب تو پہلے تو یہ دسیو کہ ہن اگے ہوئے گا کی, کیونکہ امریکہ نے بھی جڑا نا وہ اس دے وچ اپنا حصہ جڑا نا وہ پا دیتا ہے تے امریکہ ہن کھل کے اس جنگ وچ سامنے آ گیا. تانوں کی لگدا کہ ایرانی وزیر خارجہ جڑا نا وہ روس وچ نے تے جنگ جڑا نا وہ وڈی ہوندی جا رہی ہے اج دی اگر دیکھا جائے تو کی رپورٹ ہے تواڈے سامنے؟ بسم اللہ الرحمن الرحیم. بہت بہت شکریہ جی آپ کا. دیکھیں مجھے بلکہ بڑے اچھا لگا کہ آپ نے ابراہیم ترورے کے حوالے سے بات کی, اور بڑے زبردست ڈائنامک پرسنالٹی ہے ان کی, اور میں کافی عرصے سے ان کو دیکھ رہا ہوں. بہت سارے چیزوں کے اندر ان کا بڑا مثالی کردار ہے, اپنے ملک کے لیے بہت کچھ کر رہے ہیں. بہرحال یہ تو ایک علیحدہ بات ہے. جو ابھی آپ نے سوال پوچھا, دیکھیے بات یہ ہے کہ اس ٹائم پہ عباس عراقچی جو کہ وزیر خارجہ ہیں ایران کے, وہ ایک اہم دورے کے اوپر موجود ہیں, اور ان کی صدر پیوٹن کے ساتھ جو ہے وہ ایک براہ راست ایک ملاقات ہے. اب اس کے اندر مجبوراً روس کو اپنا کردار ادا کرنا پڑے گا, کیونکہ اگر روس کا ایک دفاعی معاہدہ ماضی کے اندر جو تھا وہ موجود تھا, شام کے ساتھ تھا, عراق کے ساتھ تھا, یمن کے ساتھ تھا, یعنی کہ اس خطے کے اندر ان کا اپنا اثر و رسوخ ہے. دوسری جانب جو ہے وہ اسی طریقے سے ان کا ایک جو اسٹریٹجک پارٹنرشپ ہے وہ اس ٹائم پہ ایران کے ساتھ موجود ہے. تو ایسے وقت کے اندر وہ تنہا نہیں چھوڑ سکتے. خاص طور پہ آپ نے دیکھا کہ جب ہم نے اگر اس کو پر غور کریں کہ ماضی کے اندر جب روس اور یوکرین جنگ تھی, اس کے اندر بھی یہودی لابی نے جو ہے اس کو سیبوٹاج کیا, اور اس جنگ کے جو جب وہ منطقی انجام تک پہنچ رہی تھی اور اس کے اندر کوئی مصالحت کا معاملہ بن رہا تھا, اس کو سیبوٹاج کرا دیا. اسی طریقے سے آج یہاں امریکہ اور اس کے مذاکرات بالکل طے تھے, لیکن انہوں نے سیبوٹاج کر دیا یہودیوں نے, اور 2 دن قبل حملہ کر دیا. خیر یہ تو باتیں وہ ہیں جو سب کو پتہ ہیں. ہونے والا یہ ہے کہ اس ٹائم پہ جو آبنائے ہرمز ہے اس کو بند کیا گیا ہے, اور ایران کی پارلیمان نے باقاعدہ یعنی کہ ایک جمہوری فیصلے کے ذریعے اس کو بند کرنے کا حکم دیا گیا ہے. اب دیکھنا یہ ہے کہ آبنائے ہرمز اگر بند ہوتی ہے تو چین جس کا انحصار جو ہے پیٹرولیم کے اوپر وہ سارا کا سارا ایران کے ساتھ ہے, اور چین دنیا میں سب سے زیادہ تیل استعمال کرنے والا ملک ہے. اس کے پاس تقریباً 80% تیل جو ہے وہ آتا ہے چائنا کے ذریعے, جو ایران کے ذریعے. اب چین جو ہے وہ 80% تیل جو ہے وہ اپنا ضائع تو نہیں کر سکتا, ظاہر ہے اس کی کھپت چاہیے, اس کو ضرورت ہے, اپنا جو ترسیل کا سلسلہ ہے اس کو روک نہیں سکتا. دنیا میں دوسری جانب 30% تیل اور 50% گیس کے جو تجارت ہے وہ اس خطے سے آبنائے ہرمز کے ذریعے ہو رہی ہے. روس یوکرین کانفلکٹ کے بعد جو ہے صورتحال ایسی بن گئی جس کے اندر روس کے ساتھ جو تیل خرید رہے تھے ممالک, انہوں نے وہ اپنے معاہدات ختم کیے, اور ان کا انحصار عرب دنیا کے تیل کے اوپر زیادہ رہا. نتیجہ یہ نکلا کہ اس ٹائم پہ عرب دنیا کا جو معاملات ہیں وہ آپ کے سامنے ہیں. وہاں آبنائے ہرمز بند ہوتی ہے تو مجبوراً چین اور روس کو اپنا کردار ادا کرنا پڑے گا, یہ ان کی مجبوری بن جائے گا. اچھا چین, میں سوری ٹو کٹ یو, لیکن یہ دسو کہ ہجے تک ایران والوں جو نا کوئی آفیشلی اسٹیٹمنٹ نہیں آیا, یہ آسے پاسے کیا سرائیاں چل رہی نے کہ اگر یہ اسٹیٹ آف ہارمز بند ہویا تو چین جڑا نا وہ مداخلت کرے گا. تانوں لگدا ہے کہ یہ اسٹیٹ آف ہارمز بند کیتا جائے گا ایران والوں؟ ویسے
देखें, उन्होंने फैसला तो दे दिया है ना, ये कयास आराई नहीं है। फैसला उन्होंने पार्लियामान में कल रात ये फैसला हो चुका है। अब उन्होंने सुप्रीम लीडर के पास जो है फाइनल अप्रूवल के लिए, जिसको कहते हैं ना कि वजीर आजम ने और पार्लियामान ने साइन कर दिए और वजीर सदर के पास गए हैं दस्तखत करने के लिए, अब ये वो वाली बात आ गई है। यहाँ तो फैसला उन्होंने कर लिया हुआ है, लेकिन यही मैं आपको बताना चाह रहा हूँ कि इससे क्या होगा कि मजीद ये प्रॉब्लम जो है उसको ड्रैग करेंगे। जिस तरह से इसराइल ने अमेरिका को ड्रैग किया, इसी तरीके से ये लोग चाहेंगे कि इनको ड्रैग किया जाए और इनको भी घसीट के अंदर ले आया जाए, ताकि इनका जो वॉर थिएटर है वो बढ़ जाए, वसी हो जाए, और मजबूरन चारों नाचार जो है वो रूस और चीन को अपना किरदार अदा करना पड़े, जैसे उन्होंने सीरिया में किया था। सीरिया के अंदर जब अमेरिकी जहाज वहां दंदनाते फिर रहे थे, तो रूस ने अपना एयरक्राफ्ट कैरियर भेज दिया था और उसके जहाज जो थे वो सीरिया की फदाई हदूद के अंदर अमेरिकनों के बिल्कुल आमने सामने आके खड़े हुए। उसके बाद चीन ने जो है वो अपना बहरी बेड़ा जो है वो साथ भेज दिया, जहाज उससे उड़ा नहीं, लेकिन उन्होंने साथ ला के खड़े कर दिए। इसका क्या मतलब था? रूस फिर इस हरकत के बाद जो है मजबूरन अमेरिका को वहां खित्ते से भागना पड़ गया। इसलिए आप अभी मौजूदा सूरत हाल के अंदर देखें तो एक तरफ तो ये भी है कि वो ये समझते हैं कि अमेरिका ये चैलेंज जिद करना चाह रहा है कि मैं हूं असल में सोल सुपर पावर, जबकि रूस और चीन जो है वो कहते हैं कि हम भी सुपर पावर हैं और हमारा भी एक कद काठ है इस इलाके के अंदर। फिर सबसे बड़ी बात यह है कि चीन के बहुत सारी इन्वेस्टमेंट हुई हुई है इस रीजन में, और अगर अमेरिका इस खित्ते के अंदर अनचैलेंज्ड जाता है तो नतीजा ये निकलेगा कि फिर चीन और रूस का कोई नाम लेवा भी नहीं होगा और ना ही वो तिजारत वहां कर पाएंगे। इसलिए उनकी मजबूरी है कि वो इसके अंदर अगर अमलन नहीं तो अगर बराह रास्त नहीं तो फिर खुफिया तरीके से मदद करेंगे। जैसे कि अभी वाखान कॉरिडोर के ऊपर 2 दिन पहले चीन के जहाज, जो ट्रांसपोर्ट जहाज थे, वो आए और उसके बाद वो स्टेल्थ मोड हो गए, वो गायब हो गए। वो कहां पहुंचे, किस तरह पहुंचे, ये बात एक आपको जल्द पता चल जाएगी। उसके बाद आप देख लें कि रूस जो है उसने अभी परसों जो बयान दिया था, उसने कहा कि अगर अमेरिका कूदेगा जंग में तो फिर रूस जो है वो पीछे नहीं हटेगा। इसलिए इन बातों को सामने रखते हुए ये कहा जा सकता है कि मजबूरी है रूस और चीन की अमेरिका की अथॉरिटी को चैलेंज करना। अच्छा, चैलेंज करना हर बंदे ਨੂੰ ਆਪਣੀ ਆਪਣੀ ਜਿਹੜਾ ਨਾ ਉਹ ਅਥਾਰਟੀ ਚਾਹੀਦੀ ਹੈ ਵੈਸੇ। ਔਰ ਮੈਂ ਇਹ ਵੀ ਚੀਜ਼ ਕਹਿਣਾ ਚਾਹਾਂਗੀ ਕਿ ਅਬਦੁੱਲਾ ਸਾਹਿਬ ਇਹ ਦੱਸੋ ਕਿ ਵੈਸੇ ਤਾਂ ਆਪਾਂ ਕਹਿੰਦੇ ਆ ਕਿ ਵੀ ਸਟੈਂਡ ਵਿਦ ईरान, ठीक है, लेकिन अगर अमेरिका ਦੇ ਖਿਲਾਫ ਲੜਨਾ ਪੈ ਗਿਆ ਪਾਕਿਸਤਾਨ ਨੂੰ, ਤੁਹਾਡਾ ਕੀ ਖਿਆਲ ਹੈ ਕਿ ਪਾਕਿस्तान अमेरिका ਦੇ खिलाफ जाएगा? पाकिस्तान अमेरिका के खिलाफ क्यों नहीं लड़ा? आप याद करें जरा कि पाकिस्तान, मेरे वालिद जनरल हमीद गुल रहमुल्लाह ने क्या बोला था? यही बोला था ना कि एक वक्त आएगा, तारीख लिखी जाएगी कि अमेरिका की मदद से अफगानिस्तान में सोवियत यूनियन को जो है वो हरा दिया। उसके बाद ये कहा जाएगा कि अमेरिका की मदद से अफगानिस्तान में अमेरिका को हरा दिया। और क्या ये बात अमेरिका के अपने अखबारों ने नहीं लिखी? तरीके होते हैं जंग के बीबी। मसला यहाँ ये नहीं है कि क्या पाकिस्तान क्या है क्या नहीं। आपने और हमने इसको बहुत समझ लिया है कि कमजोर मुल्क है। अभी पाक भारत जंग के अंदर मेरे ख्याल में लोगों के डाउट बड़े क्लियर हो गए हैं। अमेरिका की जो सुप्रीमेसी है वो सबसे बढ़ के उनकी एयरफोर्स है। एयरफोर्स जो है वो आप देख लीजिए, पाकिस्तानी एयरफोर्स ने राफेल का क्या हाल किया था। राफेल जो है वो $288 मिलियन का जहाज है, जबकि उसके मुकाबले में $82.5 मिलियन का जहाज है F-35, जो कि अमेरिका की प्राइड है। तो फिर $200 मिलियन एक जहाज महंगा है, उसमें कुछ तो खासियत थी ना, जो पाकिस्तान के J-10C के सामने जो है ना चल सका। दुनिया में जो सबसे बेस्ट इस टाइम पे जहाज तस्वर किया जा रहा है, जो कि एक मिथ है, वो सबसे बढ़कर है J-35, जो कि एक स्टेल्थ जहाज है, जो कि 6th जनरेशन जहाज है, जबकि उसके मुकाबले में 5वीं जनरेशन का जहाज है आपका F-35। तो अमेरिका को मालूम है कि वो ये काम नहीं करेगा पाकिस्तान पर बराह रास्त। लेकिन पाकिस्तान जो कर सकता है वो क्या कर सकता है? पाकिस्तान जो है वो एक डिप्लोमेटिक सपोर्ट ऑलरेडी दे रहा है ईरान को।
اس کے لیے اس نے باقاعدہ آپ دیکھ لیجئے کہ امریکہ کے حملے کے بعد بھی آپ یہ ذرا غور کیجئے، امریکہ کے حملے کے بعد پاکستان کی طرف سے یہ بیان آنا کہ ایران آرٹیکل 51 یونائٹڈ نیشن کے چارٹر کے مطابق جو ہے وہ اپنا حق محفوظ رکھتا ہے حملے کا جواب دینے کا، امریکہ کو حملے کا جواب دینے کا، یہ پاکستان نے کہا ہے۔ تو یہ کیا معمولی سٹیٹمنٹ ہے؟ نہیں معمولی، کیا اس کو جو ہے بالکل نظر انداز کر دیا جائے؟ ایک اور بھی جڑا میرا سوال اگے آ رہا ہے وہ بھی غیر معمولی نہیں ہے ویسے، تسی کی سمجھتے ہو کہ فیلڈ مارشل دے دورہ امریکہ تو فوری بعد امریکہ دا جڑا ایسا اقدام ہے او دے وچ پاکستان دی پوزیشن جڑی ہے نا تھوڑی جی کمزور نہیں ہو گئی؟ بالکل بھی نہیں ہوئی، کیوں ہونی ہے؟ فیلڈ مارشل کا دورہ جو تھا امریکہ کا وہ ایک پاک بھارت تنازع کے اندر، علاقائی خطے کے اندر جو بدلتی صورتحال ہے مشرق وسطیٰ کی، اس کے اوپر تھا، اور کسی سے مل کر اگر فرض کریں میں کل بینجامن نیتن یاہو سے ملتا ہوں تو میں کیا پھر یہودی بن جاؤں گا؟ سوال ہی نہیں پیدا ہوتا۔ میں اپنا جو ہے وہ بات کروں گا، اپنا جواب دوں گا، اپنا موقف پیش کروں گا، اپنی رائے دوں گا، اس کے بعد ضروری تو نہیں ہے کہ میں ان کی مان لوں۔ کون سی چیز ہے جو مانی؟ دیکھیں فیلڈ مارشل صاحب کے دورے سے پہلے پاکستان نے جو یہ یونائٹڈ نیشن کی جو سیکیورٹی ہے، یو این سیکیورٹی کونسل، اس کے اندر پاکستان، کیونکہ اس ٹائم پہ قیادت پاکستان کے پاس ہے، پاکستان نے بڑا واضح اور برملا اور دو ٹوک کہا تھا کہ یہ اجلاس وہ پاکستان نے بلایا، اس کے اندر ایران کے موقف کی حمایت کی، اور یونائٹڈ نیشن کے اندر پاکستان نے مضبوط سٹانس لیا، جس کے لیے تشکر پاکستان کے نعرے ایرانی اسمبلی کے اندر لگ گئے۔ اور اس کے بعد ایران نے جو ہے، پاکستان نے ایک مضبوط موقف اختیار کیا، ایران کے ساتھ مکمل کھڑا ہوا، ڈپلومیٹک سیاسی سپورٹ، ہم نے اسمبلی کے اندر ان کے لیے جو ہے وہ قرارداد پیش کی، کھڑے ہوئے، پولیٹیکلی کھڑے ہوئے، ڈپلومیٹکلی کھڑے ہوئے، مورلی کھڑے ہوئے۔ اب یہ باتیں جو ہیں کہ امریکہ جانے سے پہلے ہوئی تھی نا، امریکہ کے جانے کے واپس آنے کے بعد بھی ہم یہی بات کر رہے ہیں، تو پاکستان کے موقف میں کیا تبدیلی ہے؟ ہاں یہ ضرور ہے کہ میں حکومت وقت سے یہ کہوں گا کہ جناب یہ ڈونلڈ ٹرمپ کو جو آپ نے جو بہت خوش کرنے کے لیے کوشش کی ہے کہ ان کو امن انعام دیا جائے، یہ آپ واپس لیں، کیونکہ غزہ کے اندر بچوں کے قتل عام کے اندر اسرائیل کے ہاتھوں کے اندر ہاتھ ڈالا ہوا تھا انہوں نے، ایسے لوگوں کو نوبل انعام وغیرہ جو ہے وہ واپس کرنا چاہیے۔ بالکل صحیح۔ اچھا عبداللہ حمید گل صاحب نال ہی رہی ہو، ویسے میں جوائن کیا ڈاکٹر ماریہ سلطان جو کہ دفاعی تجزیہ کار نے۔ ڈاکٹر صاحبہ السلام علیکم، کی حال چال ہیں تھوڑے؟ ٹھیک ٹھاک ہو؟ جی بالکل الحمدللہ، ساؤنڈز گریٹ۔ اچھا ماریا، مطلب لائک جڑیاں آسے پاسے خبراں چل رہی ہیں ایران اور اسرائیل دی جڑی جنگ ہے، ساری صورتحال تو تانوں بھی پتہ ہے، لیکن میں تے پوچھنا چاہواں گی کہ ٹرمپ نے جڑا نا ویسے کیتا کہ مینوں سمجھ نہیں آ رہی کہ پہلے تا ایران نوں انہیں چند دنوں دا ٹائم دیتا کہ مذاکرات ہون گے، پھر اچانک انہیں حملہ کرتا۔ کی سمجھتے ہو تسی ویسے یہ اچانک حملہ کس چیز دی عکاسی کرتا ہے؟ دیکھیں دو چیزیں ہیں اس کے پیچھے۔ ایک تو یہ ہے کہ امریکہ پہ بہت پریشر تھا، کیونکہ امریکہ اور اسرائیل کے درمیان ایک دفاعی معاہدہ ہے جو آج سے نہیں ہے، تقریباً 70 سال سے زائد وہ دفاعی معاہدہ امریکہ اور اسرائیل کے درمیان موجود ہے، جس کے مطابق اگر اسرائیل پہ حملہ ہوتا ہے تو امریکہ پہ حملہ سمجھا جائے گا، اور امریکہ پہ حملہ ہوتا ہے تو اسرائیل پہ حملہ سمجھا جائے گا۔ دوسرا یہ ہے کہ اسرائیل کو یہ لگ رہا تھا کہ جو انہوں نے جنگی اہداف حاصل کرنے کی کوشش کی اور جس کی وجہ سے جنگ شروع کی وہ حاصل نہیں کر سکے تھے، یعنی کہ 8ویں دن ان کو یہ خیال آیا کہ شاید جو اہداف ہیں وہ حاصل نہیں ہوئے۔ وہ امریکہ سے امریکن ٹیکنالوجی چاہتے تھے کہ امریکہ جو ہے اپنے میزائل سسٹم اسرائیل کو دے دے اور اسرائیل اس کو استعمال کرے گا، لیکن امریکہ نے اس کا جو فیصلہ کیا کہ وہ دفاع کے لیے مدد میں پریسیشن اسٹرائک کریں گے، لیکن جنگ کی شروعات نہیں کریں گے، کیونکہ امریکہ کے بہت سارے جو ہیں انٹرسٹ ایران کے ساتھ منسلک ہیں۔ جیسے عراق کے اندر جو بھی ان کی سچویشن ہے، اس کے اندر ایک طرف ایرانی گورنمنٹ جو ہے ریلیجس سائٹس کی، آئل ریفائنریز کی، ان کے اندر حصہ دار تھی۔ اسی طرح افغانستان کے اندر، اسی طرح جو باقی مشرق وسطیٰ کے اندر ان کی بیسز ہیں وہ ساری کی ساری ایرانی میزائلز کی زد میں ہیں۔ اس لیے امریکہ ایک طرح سے جنگ میں داخل نہیں بھی ہونا چاہ رہا تھا، اور اس کے ساتھ ساتھ ایک مضبوط طریقے سے اسرائیل کا ساتھ بھی دینا چاہ رہا تھا۔ تو یہی وجہ ہے کہ انہوں نے ڈسیپشن کا کام لیا اور اس کے مطابق یہ فیصلہ کیا۔ لیکن اصل مسئلہ یہ نہیں ہے کہ انہوں نے کیا فیصلہ کیا، اصل مسئلہ یہ ہے کہ اس کا
मकसद क्या था, जंगी अहदाफ का मकसद ये था कि ईरान के एटमी प्रोग्राम को ख़त्म किया जाए, जो नामुमकिन नज़र आ रहा है इस वक्त इस स्ट्राइक के बाद, क्योंकि कोई रेडिएशन फॉल आउट नहीं नज़र आ रहा। दूसरा ये कि जो उनके साइंसदान हैं, ज़ाहिर है वो एक या दो नहीं है, ईरान के पास एक पूरा प्रोग्राम है, तो इसका मतलब ये है कि अगर वो चाहें और दोबारा फोकस करें तो उस प्रोग्राम को जहाँ छोड़ा है वहाँ से पिक कर सकते हैं। तीसरी बात यह है कि वो चाहते थे कि इसराइल के ऊपर जो जंगी हमले हैं उसके अंदर कमी आए, वो भी नहीं आई। और चौथा ये था कि रजीम चेंज हो, तो रजीम चेंज भी ईरान के अंदर तो शायद नहीं होती हुई नजर आ रही, लेकिन हो सकता है कि अगर ये जंगी हमले जारी रहते हैं ईरान की तरफ से तो शायद इसराइल के अंदर आ जाए। तो उस लिहाज से ये एक स्ट्रेटेजिक अपसेट भी है। और इसके साथ साथ जो बाकी टारगेटिंग ऑप्शंस है, चाहे अमेरिकन बेसिस की हैं, चाहे अभी जो ईरानी फैसला है, जाहिर है वो अमेरिका के लिए मुश्किल भी होगा, सख्त भी होगा, और उसके साथ साथ जो नेक्स्ट सीरीज है एक्शन की और रिएक्शन की, वो अभी भी ईरान के हाथ में देखने में नजर आ रही है। एग्जैक्टली, और इट मीन सिचुएशन इज गेटिंग आउट ऑफ कंट्रोल, यू नो। ਇਹਦਾ मतलब ਇਹ ਹੈ ਕਿ अगर स्टेट ऑफ हार्मर्स भी बंद कर दी जाए, और ਇਹਦਾ ऐलान किया है ईरान ने वैसे, और अगर ये स्टेट ऑफ हार्मर्स बंद हो जाए तो पाकिस्तान तो चीन भी ये तो बहुत ज़्यादा मुतासर होंगे। तो स्टेट ऑफ हार्मर्स वास्ते सिफारती की इकदाम होने चाहिए थोड़े नज़दीक? देखिए, पहली बात तो ये कि ईरान कोशिश नहीं करेगा कि स्टेट ऑफ हार्मर्स को बंद करे, क्योंकि स्टेट ऑफ हार्मर्स में अमेरिका के लिए जो तेल जाता है वो सिर्फ 2.4% जाता है। बाकी जो है दुनिया के जो बाकी ममालिक हैं, जिसमें मशरक़ वस्ता से इंडोनेशिया, मलेशिया, एशिया पैसिफिक, अमेरिका के जो एलाइज हैं उनके पास ज़रूर जाता है। पाकिस्तान और जो बाकी चीन है उसके लिए जाता है, लेकिन तकरीबन 40 से 60% जो तेल है वो दरअसल चीन के लिए जाता है। तो जाहिर है ईरान जो है स्टेट ऑफ हार्मर्स के ऊपर एकदम प्लान नहीं करेगा इस किस्म के एक्शन को, क्योंकि उससे बैनुल-अक़वामी तजारत बंद होगी, और जो ईरान के साथ इस वक्त दुनिया खड़ी है वो शायद रिवर्स में जाए, क्योंकि इसकी जो कॉस्ट है वो हर जगह पे जाएगी। हाँ, लेकिन बहरहाल ये फैसला वो कर सकते हैं। अगर वो करते हैं तो फिर ज़ाहिर है जो डी डॉलराइजेशन ड्राइव है वो बहुत ज़्यादा होगी। अभी जैसे कि आपने देखा है कि दुनिया में क्रिप्टो का जो रेट है वो नीचे गिर रहा है, और अगर क्रिप्टो नीचे गिरता है तो उससे अमेरिका की जो नेक्स्ट प्लान थी इकोनॉमिक ट्रांजिशन की, जिसमें ये था कि वो अमेरिका को डॉलर इकोनॉमी से क्रिप्टो इकोनॉमी में तब्दील करेंगे, वो सारी की सारी इफेक्ट होती है। और अगर वो इफेक्ट होती है तो जो अमेरिका की डोमिनेंस है वो इफेक्ट होती है। और हमें ये नहीं भूलना चाहिए कि अमेरिका इंटरनली अपना हर 3 या 6 महीने के बाद अपना जो डेट है उसको दोबारा जो है रिसाइकल करता है। तो इस वक्त स्टेक्स बहुत हाई है अमेरिका के लिए, उनका सारा असर रसूख मशरक़ वस्ता में वो भी जा सकता है। फिर ये नहीं भूलना चाहिए कि जो बेसिस हैं जिन ममालिक में उन्होंने हासिल किए हैं, वो भी इस बात का फैसला करेंगे कि क्या वो जंग का मुआवजा भुगतना चाहते हैं या नहीं। क्योंकि अगर अमेरिकी किसी भी बेस के ऊपर मशरक़ वस्ता में, चाहे मिसाल के तौर पे यूएई में, अगर यूएई के अंदर अमेरिकन बेस पे हमला होता है तो उससे जो स्टॉक एक्सचेंज पे जो वहाँ की जो मार्केट है, जो वहाँ की से तेल तिजारत दुनिया की हो रही है, वो कोलैप्स कर जाएगी। और अगर वो कोलैप्स करती है तो उसका इम्पैक्ट उन इकोनॉमीज पे भी होगा, चाहे वो अमेरिका को हिट करें या ना करें। तो ये ईरान एक ताकतवर मुल्क है, और सबसे बड़ी बात ये है कि वॉर सिर्फ हथियारों से नहीं लड़ी जाती, ना सिंगल डोमेन सिक्योरिटी से लड़ी जाती है, वॉर लड़ी जाती है नेशनल रिजॉल्व से। देखिए, ईरान का तो नेशनल रिजॉल्व आपको नजर आ रहा है, वो तो मार रहे हैं। उसकी दूसरी तरफ इसराइल के जो शहरी हैं वो मुल्क छोड़ के जा रहे हैं चारों तरफ से। सो जो रिजॉल्व है इसराइल के अंदर वो आपको चैलेंज होते हुए नजर आ रहा है, जहाँ कोalition जो है वो भी फॉल कर गई है आज मेरे ख्याल से। सो इसका मतलब ये है कि जब कोalition फॉल कर रही है और इजरायली हुकूमत को भी चैलेंजेस आ रहे हैं, तो शायद हो सकता है जो अहदाफ हासिल करना जा रहे थे वो अहदाफ उनको बहुत महंगे पड़ जाएं, और एक दफ़ा नहीं लेकिन मुकम्मल जो मशरक़ वस्ता के अंदर पावर बैलेंस है वो चेंज हो जाए। सिचुएशन ਜਿਹੜੀ ਨਾ ਉਹ ਹਰ ਮੋੜ ਤੇ ਬਦਲਦੀ ਜਾ ਰਹੀ ਹੈ। ਬਹੁਤ ਸ਼ੁਕਰੀਆ ਅਬਦੁੱਲਾ ਹਮੀਦ ਗੁਲ ਤੇ ਡਾਕਟਰ ਮਾਰੀਆ ਸੁਲਤਾਨ। ਔਰ ਨਾਜ਼ਰੀਨ, ਪ੍ਰੋਗਰਾਮ ਦੇ ਵਿੱਚ ਵਕਤ ਹੋਇਆ ਹੁਣ ਬ੍ਰੇਕ ਦਾ। ਗੁਫ਼ਤਗੂ ਜਾਰੀ ਹੈ ਲੇਕਿਨ ਇਸ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਨਾਜ਼ਰੀਨ। ਔਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਮੈਂ ਜਿਸ ਤਰ੍ਹਾਂ ਈਰਾਨ ਤੇ ਇਜ਼ਰਾਈਲ ਦੇ ਹਵਾਲੇ 'ਚ ਗੱਲ ਕੀਤੀ, ਔਰ ਇੱਕ ਵਾਕਿਆ ਐਸਾ ਵਾਕਿਆ ਜਿਹੜਾ ਦਿਲ ਨੂੰ ਦਹਿਲਾ ਦਿੰਦਾ ਹੈ, ਔਰ ਕਿਤੇ ਨਾ ਕਿਤੇ ਆਪਾਂ ਨੂੰ ਇਹ ਚੀਜ਼ ਸੋਚਣ ਤੇ ਮਜਬੂਰ ਕਰਦਾ ਹੈ ਕਿ ਆਪਾਂ ਜਿਹੜੀ ਜ਼ਿੰਦਗੀ ਜੀਣੇ ਪਏ ਆ, ਜ਼ਿੰਦਗੀ ਦਾ ਮਕਸਦ ਕੀ ਹੈ ਆਖਿਰ, ਔਰ ਜਿਨ੍ਹਾਂ ਵਾਸਤੇ ਜ਼ਿੰਦਗੀ ਦੇ ਵਿੱਚ ਇੰਨੀਆਂ ਤਕਲੀਫਾਂ ਇਕੱਠੀਆਂ ਕਰੀਦੀਆਂ ਨੇ ਤਾਂ ਕਿ ਉਹਨਾਂ ਨੂੰ ਸਕੂਨ ਪਹੁੰਚਾ ਸਕੀਏ, ਅਤੇ ਕੀ ਉਹ ਉਮਰ ਦੇ ਆਖਰੀ ਹਿੱਸੇ ਦੇ ਵਿੱਚ ਤੁਹਾਡਾ ਉਸ ਦਾ ਸਾਥ ਦਿੰਦੇ ਹੈ ਜਿਸ ਤਰ੍ਹਾਂ ਦੇਣਾ ਚਾਹੀਦਾ। ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਮੈਂ ਗੱਲ ਕਰ ਰਹੀ ਹਾਂ ਆਇਸ਼ਾ ਖਾਨ ਦੀ, ਜਿਨ੍ਹਾਂ ਦੀ 19 ਜੂਨ 2025 ਨੂੰ ਆਪਣੇ ਘਰ ਦੇ ਵਿੱਚ ਡੈਥ ਹੋਈ, ਔਰ 7 ਦਿਨ ਤੱਕ ਲੋਕੀ ਇਸ ਚੀਜ਼ ਤੋਂ ਗਾਫਿਲ ਰਹੇ ਕਿ ਉਹ ਜ਼ਿੰਦਾ ਵੀ ਨੇ ਜਾਂ ਨਹੀਂ। ਸਾਡੇ ਨਾਲ ਮੌਜੂਦ ਨੇ ਖਲੀਲੁਰ ਰਹਿਮਾਨ ਕਮਰ ਸਾਹਿਬ। ਖਲੀਲੁਰ ਰਹਿਮਾਨ ਕਮਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਅਫਸੋਸ ਦਾ ਇਜ਼ਹਾਰ ਕਰਨਾ ਚਾਹਾਂਗੀ
ਇਸ ਖਬਰ ਤੇ, ਔਰ ਕੀ ਸਮਝਦੇ ਹੋ ਤੁਸੀਂ ਜਦੋਂ ਇਹ ਖਬਰ ਤੁਹਾਡੀ ਨਜ਼ਰ ਤੋਂ ਗੁਜ਼ਰੀ? अस्सलाम वालेकुम एवरीबॉडी। आशा ऑफ कोर्स बड़ी तकलीफ ते खबर सी, खुसूसन उस वक्त जदों एक्टर्स जो हैं फ्लरिश कर देने पे, लेकिन बदनसीबी है कि मेरी वो बड़ी मोहतरम अदाकारा सन, मैंने शी हैज डन अ लॉट फॉर द कंट्री, फॉर द इंडस्ट्री, लेकिन साडे दुख तो इलावा उन्हां दे चले जाण दे दुख तो इलावा एक दुख है वे कि जिस माँ के बच्चे भी मौजूद ने और उस शहर च रहिंदे ने, उन्हां दी मौजूदगी दे विच किसी माँ का इस तरह मर जाना कि 6 दिनों की मौत का किसी को पता ना चले, बड़ी शर्म की गल है। कमर साहब ऐसी केड़ी वजूहात हुंदियां ने कि बच्चे अपने पेरेंट्स तो, अपने वालिदैन तो दूर हो जाते हैं? आज मादियत ने बड़े सारे रिश्ते तोड़े ने, बड़ी सारी दोस्तियों का बेड़ा गर्क किया है, और लोग इस कदर पैसा कमान की दुनिया च इस कदर मसरूफ हो गए हैं कि उन्होंने याद भी नहीं रहता कोई ऐसे भी लोग ने जिन्होंने जम्मिया पालिया सी उन्होंने। मादियत की इशू इस बात। अच्छा कमर साहब, एक चीज़ मेरे दिमाग ਜਿਹੜੀ ਆ ਰਹੀ ਉਹ ਇਹ ਕਿ ਠੀਕ ਹੈ ਜਦੋਂ ਇਹਨਾਂ ਦੀ ਵਫਾਤ ਦਾ ਸੁਣਿਆ ਤੇ ਬੜੇ ਬੜਿਆਂ ਨੇ ਕਿਨਾਂ ਨੇ ਫੋਨ ਕੀਤੇ, ਬੜੇ ਤਾਜੁਬ ਦੀ ਗੱਲ ਹੈ ਕਿ ਉਹਨਾਂ ਨੂੰ ਵੀ ਨਹੀਂ ਪਤਾ ਕਿ ਇੱਕ ਹਫ਼ਤੇ ਤੋਂ ਉਹ ਇਸ ਦੁਨੀਆ ਫਾਨੀ ਤੋਂ ਕੂਚ ਕਰ ਗਏ ਨੇ। ਕੀ ਸਮਝਦੇ ਹੋ ਕਿ ਠੀਕ ਹੈ ਆਪਣੇ ਆਸੇ-ਪਾਸੇ ਬੱਚੇ ਨੇ, ਅਗਰ ਬੱਚੇ ਟੇਕ ਕੇਅਰ ਨਹੀਂ ਕਰ ਰਹੇ, ਉਹ ਤੁਹਾਨੂੰ ਛੱਡ ਗਏ ਨੇ, ਤੇ ਦੋਸਤ ਅਹਿਬਾਬ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਅਹਿਮੀਅਤ ਦੇ ਹਾਮਿਲ ਨੇ? एक गल याद रखा आयशा, किसी ने क्या सी कोई 20-25 साल पहले, and I just newly entered into industry. ये सन दिला दी बस्ती है जो ना है इंडस्ट्री और टेलीविजन इंडस्ट्री, ऐसे सिर्फ वो नाल दोस्त होंगे ने जिन्हां दा शो चलता है, so this should be accepted now instead के we blame on such people जिन्हां दा कोई ताल्लुक नहीं, और उन्होंने मुर्दे इल्जाम ठहराने की जरूरत है क्योंकि उन्होंने बच्चे इस काबिल नहीं ज़हनी तौर पर और अखलाकी तौर पर जो अपनी माँ की हिफाजत कर सकें। अच्छा खलीलुर रहमान कमर साहब, हजे तक जो ना बच्चों का कोई स्टेटमेंट भी नहीं आया, की वजूहत हो सकती ने? वो शर्म ना डूब के मर जानो, जो बच्चे अल्लाह माफ करे, जो बच्चे किसी दुश्मन में ना दे अल्लाह। एक बड़ा अहम जी चीज़ सामने आ रही वो ये भी कि कमर साहब उन्होंने अपनी जी जायदाद है वो अपने बच्चों के नाल ला दी, कि यही वजह है कि बच्चों ने क्या कि जी साडा काम तो हो गया, हुण असीं की करिए? देखो आशा सारी स्पैकुलेशन है, अल्लाह जाने है वजह है। अब बाज़ औक़ात ऐसा होता है कि ना हम की कमां, साढ़े इत्थे सोशल इशूज इन्ने हैं कि उन्होंने वन बाय वन डिस्कस करने लगे तो सवेर हो जाए। बाज़ औक़ात नूहां दे नाल ताल्लुकात नहीं ठीक होंदे और इंतहाज भुगतने पैंदे ने। बाज़ औक़ात मैं एक पुत्र को तो तवक्को नहीं करता कि वो इन्ना समझ होएगा, लेकिन सच बहू का इशू तो चल रहा साडे मुल्क च। बिल्कुल इत्थे किन्ने गलती की रब जानदा है, लेकिन मादियत में आई अंडरस्टैंड इज द बेसिक इशू। ਤੁਸੀਂ ਸਮਝਦੇ ਹੋ ਕਿ ਬਜ਼ੁਰਗਾਂ ਨੂੰ ਦੇਖੋ ਠੀਕ ਹੈ ਉਹ ਇੱਕ ਟੈਲੀਵਿਜ਼ਨ ਐਕਟਰ ਵੀ ਸਨ, ਤੁਸੀਂ ਸਮਝਦੇ ਹੋ ਕਿ ਬਜ਼ੁਰਗਾਂ ਨੂੰ ਇਸ ਉਮਰ ਦੇ ਵਿੱਚ ਜਿਹੜਾ ਨਾ ਉਹ ਇਕੱਲੇ ਰਹਿਣਾ ਚਾਹੀਦਾ? ਉਹਨਾਂ ਕੋਲ ਚਾਰਾ ਕੋਈ ਨਾ ਹੋਵੇ ਤੇ ਕੀ ਕਰਨ, ਜਦੋਂ ਇਹੋ ਜਿਹੀ ਔਲਾਦ ਮੌਜੂਦ ਹੋਵੇ ਜਿਹਨੂੰ 6 ਦਿਨ ਤੱਕ ਇਹ ਨਹੀਂ ਪਤਾ ਚੱਲਾ ਉਹਨਾਂ ਦੀ ਮਾਂ ਮਰ ਗਈ ਹੈ, ਉਹਨਾਂ ਕੋਲ ਚੁਆਇਸ ਕੀ ਬਾਕੀ ਰਹਿ ਜਾਂਦਾ? ਬਿਲਕੁਲ ਸਹੀ। ਅੱਛਾ ਆਇਸ਼ਾ ਖਾਨ ਦੀ ਡੈਥ ਤੋਂ ਤੁਸੀਂ ਕੀ ਸਮਝਦੇ ਹੋ ਕਿ ਕੀ ਇੱਕ ਮੈਸੇਜ ਜਾਂਦਾ ਹੈ ਇੱਕ ਆਮ ਪਬਲਿਕ ਨੂੰ? मैसेज थोड़ा जाता है कि दुख है ना जो पब्लिक ट्रैवल करता, सब तो पहले कि सब तो इम्पोर्टेंट गल बड़ी समझ चढ़ी चाहिए, इंडस्ट्री के लोगों को कभी ब्लेम नहीं करीदा। मैं आई एम ट्रूली श्योर अबाउट इट, और चीज कई दफा कंफर्म हुई मेरे सामने। ऐसा नहीं दिलों की बस्ती इतने सिर्फ वो दोस्त ने जिसका शो चलता है, जिसका शो नहीं चलता वो दोस्त नहीं होंगे। साढ़े सामने बड़ी बड़ी अमवाता हुई, लोगों ने बड़े बड़े काम करके विखाए सन, लेकिन वो जो कसम कुर्सी की जिंदगी अपना नल मरे तो उन्होंने कोई भी खड़ा नहीं, हार्ड लिया नहीं।
ਤੇ ਉਹ ਜਦੋਂ ਸਭ ਤੋਂ ਪਹਿਲਾਂ ਮੈਸੇਜ ਆ ਰਿਹਾ ਕਿ whenever you enter into this industry, don't trust. ਡੋਂਟ ਟਰਸਟ। Don't trust. ਅੱਛਾ Be simply professional and believe it until your show is over, you have the friends. The moment your show is over, you don't have any friends. और दूसरा पब्लिक वास्ते इतना सिख लो, इतनी शर्म कर लो कि जिस मां ने पालिया है, जिन्हें अपनी ताड़ी परवरिश च अपनी रातां बर्बाद कीतियां, जिन्हें नींदां बर्बाद कीतियां, उन्होंने इस तरह 6 दिन बाद मरण ना दिया जाए कि तुहानूं पता ही ना लगे कि 6 दिन अपने फ्लैट च पई, फिर भी शर्म नहीं आती। ਤੇ ਨਾ ਯਾਦ ਰੱਖੋ ਕੱਲ ਤੁਸੀਂ ਵੀ ਬੁੱਢੇ ਹੋਣਾ। ਬਿਲਕੁਲ ਸਹੀ। ਅੱਛਾ ਕਮਰ ਸਾਹਿਬ, ਤੁਸੀਂ ਖੁਦ ਪਹਿਲੇ ਕਿਹਾ ਕਿ ਸਾਸ ਬਹੂ ਵਾਲੇ ਡਰਾਮੇ ਜਿਹੜੇ ਨੇ ਬਹੁਤ ਜ਼ਿਆਦਾ ਨੇ, ਜਿਹੜੀਆਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੇ, ਜਿਨ੍ਹਾਂ ਚੀਜ਼ਾਂ ਦੇ ਉੱਤੇ ਰੋਸ਼ਨੀ ਪਾਣੀ ਚਾਹੀਦੀ ਹੈ, ਨੌਜਵਾਨਾਂ ਨੂੰ ਇਸ ਚੀਜ਼ ਦੇ ਬਾਰੇ ਦੱਸਣਾ ਚਾਹੀਦਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਟੌਪਿਕਸ ਨੂੰ ਜਿਹੜਾ ਨਾ ਉਹ ਡਰਾਮੇ ਦੇ ਵਿੱਚ ਵੀ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਇਹਦੀ ਕੋਈ ਮੰਜ਼ਰਕਸ਼ੀ ਕੀਤੀ ਜਾਵੇ? ਆਸ਼ਾ, ਮੇਰੇ ਪਤਾ ਕੀ ਪ੍ਰੋਬਲਮ ਆਇਆ, ਸਾਡੇ ਜਿੰਨੇ ਡਰਾਮੇ ਆਏ ਨਾ, ਮੈਂ ਉਹਨਾਂ ਨੂੰ ਨਾਰਮਲੀ ਆਈ ਡੂ ਨਾਟ ਟਾਕ ਅਬਾਊਟ ਦੈਮ, ਬਟ ਇਹ ਇੱਕ ਕਿਉਂਕਿ ਡੀਕਲਚਰਾਈਜੇਸ਼ਨ ਦਾ ਬਾਇਸ ਬਣੇ ਨੇ। ਸਾਡੇ ਇੱਥੇ ਸੱਸ ਨੂੰ ਪੇਂਟ ਕਰ ਦਿੱਤਾ ਗਿਆ ਹੈ ਜੋ ਕਿ ਡਾਇਨ ਨੇ, ਬਹੂ ਨੂੰ ਪੇਂਟ ਕਰਤਾ ਗਿਆ ਹੈ ਉਹਨੇ ਆ ਕੇ ਬਰਬਾਦੀ ਕਰਨੀ, ਔਰ ਦੋਵੇਂ ਇੰਸਟੈਡ ਕੇ ਆਪਣੇ ਮਾਮਲਾਤ ਨੂੰ ਇਸਤਵਾਰ ਕਰਦੀਆਂ, ਦੋਵਾਂ ਨੇ ਇੱਕ ਦੂਜੇ ਕੋਲੋਂ ਬਚਣ ਦਾ ਤੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਤਰੀਕਾ ਇਜਾਦ ਕਰਨ ਦੀ ਕੋਸ਼ਿਸ਼ ਕੀਤੀ। ਉਹ ਇੰਸਟੈਡ ਕੇ ਸੱਸ ਬਿਲੀਵ ਕਰ ਲੈਂਦੀ ਕਿ ਸ਼ੀ ਇਜ਼ ਅਨਦਰ ਡਾਟਰ ਆਫ ਮਾਈਨ, ਔਰ ਬਹੂ ਇਹ ਬਿਲੀਵ ਕਰ ਲੈਂਦੀ ਕਿ ਸ਼ੀ ਇਜ਼ ਅਨਦਰ ਮਦਰ ਆਫ ਮਾਈਨ। ਉਹ ਜਿਹੜੀ ਰਕਾਬਤ ਹੈ ਨਾ, ਉਹ ਰਕਾਬਤ ਕੀ ਹੈ? ਆਈ ਆਲਵੇਜ਼ ਬਿਲੀਵ ਕਿ ਸੱਸ ਕਦੀ ਆਪਣੀ ਬਹੂ ਨਾਲ ਨਹੀਂ ਲੜਦੀ, ਉਹ ਆਪਣੇ ਬਹੂ ਦੇ ਅੰਦਰ ਦੀ ਉਸ ਮਾਂ ਨਾਲ ਲੜਦੀ ਹੈ ਜਿਹੜੀ ਉਹ ਆ ਕੇ ਉਹਦੇ ਪੁੱਤਰ ਨੂੰ ਦੇ ਦਿੰਦੀ, ਔਰ ਹਮੇਸ਼ਾ ਇੱਕ ਅੱਛੀ ਔਰਤ ਦੇ ਅੰਦਰ, ਅੱਛੀ ਬੀਵੀ ਦੇ ਅੰਦਰ ਆਪਣੀ ਸ਼ੌਹਰ ਲਈ ਮਾਂ ਹੁੰਦੀ। ਤੇ ਉਹ ਸਮਝਣਾ ਹੋਏਗਾ ਇਸ ਸਾਰੀ ਚੀਜ਼ਾਂ ਨੂੰ ਸਮਝਾਉਣ ਵਾਸਤੇ ਵੀ ਹੈ ਟੂ ਵਰਕ ਅ ਲੋਟ। ਲੇਕਿਨ ਜਿਸ ਤਰਫ ਸਾਡਾ ਮਾਸ਼ਰਾ ਜਾ ਰਿਹਾ ਨਾ, ਉਹ ਜਿਹੜੀ ਇੱਕ ਨਾਮ ਨਿਹਾਦ ਔਰ ਬੇਮੁਹਾਰ ਆਜ਼ਾਦੀ, ਉਹਦੇ 'ਚ ਚੀਜ਼ਾਂ ਤੈਅ ਨਹੀਂ ਹੋ ਪਾਉਣੀਆਂ। ਉਹ ਰੀਜ਼ਨ ਹੈ ਕਿ ਯੰਗ ਪੀਪਲ ਹੈਵ ਫੋਰਗੋਟਨ ਦੈਟ one day they'll have to grow old, ਔਰ ਫਿਰ ਉਹਨਾਂ ਨਾਲ ਵੀ ਸਲੂਕ ਕੀਤਾ ਜਾਏਗਾ। ਮੈਨੂੰ ਮੇਰੀ ਇੱਕ ਮਾਂ ਦੀ ਗੱਲ ਯਾਦ ਆਉਂਦੀ ਹੈ, ਮੈਨੂੰ ਸੁਣਾ ਰਹੀ ਹੈ, ਬਸ ਕਿਡ ਦੈਟ ਟਾਈਮ ਕਹਿੰਦੇ ਇੱਕ ਬੰਦਾ ਨਾ ਬੁੱਢਾ ਹੋ ਗਿਆ, ਖੰਘਦਾ ਰਹਿੰਦਾ ਸੀ ਸਾਰਾ ਦਿਨ, ਅੱਛਾ, ਸਾਰੀ ਰਾਤ। ਇੱਕ ਦਿਨ ਉਹਦੀ ਨੂੰਹ ਨੇ ਕਿਹਾ ਆਪਣੇ ਪੁੱਤਰ ਨੂੰ, ਉਹ ਜਿਸ ਤਰ੍ਹਾਂ ਜੁਮਲਾ ਕਹਿੰਦੇ ਆ ਕਿ ਬੜਾ ਥੱਲੇ ਲੱਗਾ ਸੀ, ਉਹਨੇ ਕਿਹਾ ਤੇਰੀ ਮਿਹਰਬਾਨੀ ਆਪਣੇ ਪਿਓ ਨੂੰ ਦਰਿਆ ਛੋਟਾ। ਉਹ ਮੰਨ ਗਿਆ। ਉਹ ਰਾਤੀ ਲੈ ਕੇ ਨਾ ਪਿਓ ਨੂੰ ਮੋਢਿਆਂ ਤੇ ਚਾੜ ਕੇ ਤੇ ਦਰਿਆ ਦੇ ਕੋਲ ਪਹੁੰਚ ਗਿਆ। ਹੁਣ ਫੈਸਲਾ ਕਰ ਰਿਹਾ ਹੈ ਕਿ ਮੈਨੂੰ ਕਿੱਥੇ ਸੁੱਟਾ। ਤੇ ਪਿਓ ਨੇ ਪੁੱਛਿਆ, ਪੁੱਤਰ ਸੱਚੀ ਸੱਚੀ ਦੱਸ ਕਿਹੜੇ ਕੰਮ ਆਇਆ? ਕਹਿੰਦਾ ਅੱਬਾ ਜੀ ਮੈਨੂੰ ਮਾਫ਼ ਕਰਿਆ ਜੀ, ਮੈਂ ਤੁਹਾਨੂੰ ਦਰਿਆ 'ਚ ਸੁੱਟਣ ਆਇਆ। ਕਹਿੰਦਾ ਫਿਰ ਪੁੱਤਰ ਉਸ ਜਗ੍ਹਾ ਤੋਂ ਸੁੱਟ। ਕਹਿੰਦਾ ਉੱਥੇ ਕੀ ਹੈ ਬਾਜੀ? ਕਹਿੰਦਾ ਉੱਥੋਂ ਮੈਂ ਆਪਣੇ ਪਿਓ ਨੂੰ ਸੁੱਟਿਆ ਸੀ। ਸਮਝ ਆਈ? ਬਿਲਕੁਲ ਜੀ, ਸਮਝ ਆਈ। ਤੇ ਉਹਨੇ ਫਿਰ ਨਹੀਂ ਸੁੱਟਿਆ ਤੇ ਘਰ ਲੈ ਆਇਆ। ਜੇ ਇਹਨਾਂ ਨੂੰ ਇਹ ਸ਼ਰਮ ਆ ਜਾਵੇ ਇਹ ਵੀ ਨਹੀਂ ਸੁੱਟੇ ਜਾਣਗੇ, ਵਰਨਾ ਇਹ ਚੱਲਣਾ ਜੀ ਸਰ। ਬਿਲਕੁਲ ਸਹੀ। ਅੱਛਾ ਖਲੀਲ ਰਹਿਮਾਨ ਕਮਰ ਸਾਹਿਬ, ਇੱਕ ਮੂਵੀ ਸੀ ਅਮਿਤਾਭ ਬੱਚਨ ਦੀ ਬਾਗਬਾਨ, ਠੀਕ ਹੈ, ਉਹਦੇ ਵਿੱਚ ਇਸ ਚੀਜ਼ ਉੱਤੇ ਕਾਫੀ ਬਿਹਤਰ ਤਰੀਕੇ ਨਾਲ ਰੋਸ਼ਨੀ ਪਾਈ ਗਈ। ਦੈਟ ਵਾਸ ਸੱਚ ਅ ਫਿਲਮ। ਬਿਲਕੁਲ ਇਸ ਤਰ੍ਹਾਂ। ਔਰ ਦੇਖੋ ਤੁਸੀਂ ਸਾਡੇ ਇੱਥੇ ਪਹਿਲੇ ਬਣੀ ਸੀ ਫਿਲਮ, ਆਈ ਥਿੰਕ ਇਟ ਵਾਸ ਆਜ ਔਰ ਕੱਲ, ਆਈ ਥਿੰਕ ਅੱਛਾ, ਆਈ ਐਮ ਨਾਟ ਰੋਂਗ। ਰਾਹਤ ਕਾਜ਼ਮੀ ਸਾਹਿਬ ਦੀ ਔਰ ਆਗਾ ਤਾਲਿਸ਼ ਔਰ ਸਬੀਆ ਖਾਨਨ ਸਾਹਿਬ ਦੀ ਫਿਲਮ ਸਾਡੇ ਬਹੁਤ ਪਹਿਲੇ ਬਣੀ ਹੈ, 70s। ਸਹੀ, ਇਸ ਇਸ਼ੂ ਤੋਂ ਬਣੀ ਸੀ। ਐਗਜ਼ੈਕਟਲੀ ਇਹ ਸਟੋਰੀ ਸੀ। ਉਹੀ ਕਨਸੈਪਟ ਉਠਾਇਆ ਗਿਆ, ਉਹਨੂੰ ਕਾਪੀ ਕੀਤਾ ਗਿਆ। ਉਹਦੇ ਸਿਰਫ ਉਹ ਨਹੀਂ ਸੀਗਾ ਸਲਮਾਨ ਖਾਨ ਵਾਜ਼ ਐਡਿਡ ਇਨ ਦ ਸਟੋਰੀ, ਵਰਨਾ ਇਟ ਵਾਜ਼ ਦ ਸੇਮ ਥਿੰਗ is repeated in Bagban, but it was a very well written film, ਜਿਹੜੀ ਬਾਗਬਾਨ, and very well performed. ਅੱਛਾ ਖਲੀਲ ਰਹਿਮਾਨ ਕਮਰ ਸਾਹਿਬ, ਤੁਸੀਂ ਹਮੇਸ਼ਾ ਜਿਹੜਾ ਨਾ ਉਹ ਸੁਸਾਇਟੀ ਦੀ ਪਲਸ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਹੋ, ਠੀਕ ਹੈ। ਇਹ ਤਾਂ ਇੱਕ ਨਾਮੀ ਗ੍ਰਾਮੀ ਨਾਂ ਨੇ ਜਿਹਨਾਂ ਨੂੰ ਦੁਨੀਆ ਜਾਣਦੀ ਹੈ, ਠੀਕ ਹੈ। ਬਹੁਤ ਆਪਣੀ ਸੁਸਾਇਟੀ ਦੇ ਵਿੱਚ ਚੀਜ਼ਾਂ ਬਹੁਤ ਜਿਹੜਾ ਨਾ ਉਹ ਤੇਜ਼ੀ ਨਾਲ ਪੈਨੀਟਰੇਟ ਕਰ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਹੈ ਡਰਾਮੇ ਦੇ ਥਰੂ, ਜਾਂ ਤੁਸੀਂ ਕੋਈ ਇਨੀਸ਼ੀਏਟਿਵ ਲੈਣਾ ਚਾਹੋਗੇ ਇਸ ਚੀਜ਼ ਦੇ ਉੱਤੇ? ਕਿਹੜੀਆਂ ਚੀਜ਼ਾਂ ਨੂੰ?
ਜਿਹੜੀਆਂ ਇਹ ਬਜ਼ੁਰਗਾਂ ਦੇ ਨਾਲ ਜਿਹੜੀ ਇੱਕ ਗਫਲਤ ਹੈ ਉਹ ਵਰਤੀ ਜਾਂਦੀ ਹੈ, ਪੇਰੈਂਟਸ ਦਾ ਖਿਆਲ ਨਹੀਂ ਰੱਖਿਆ ਜਾਂਦਾ ਔਰ ਉਹਨਾਂ ਦੀ ਜਿਹੜੀ ਅਖੀਰਲੀ ਜ਼ਿੰਦਗੀ ਹੈ ਉਹ ਬੜੀ ਮੁਸ਼ਕਿਲਾਂ ਦਾ ਸ਼ਿਕਾਰ ਹੁੰਦੀ ਹੈ। ਤੁਸੀਂ ਦੁਆ ਕਰੋ, ਇਨਸ਼ਾਅੱਲਾ ਆਈ ਰਾਈਟ ਔਨ ਦਿਸ ਇਨਸ਼ਾਅੱਲਾ। ਮਤਲਬ ਤੁਸੀਂ ਲਿਖੋਗੇ ਫਿਰ ਮੂਵੀ ਕੋਈ? ਇਨਸ਼ਾਅੱਲਾ। ਸਹੀ। ਅੱਛਾ, ਜਿਹੜੇ 올ਡ ਏਜ ਹੋਮ ਦਾ ਜਿਹੜਾ ਕਨਸੈਪਟ ਹੈ ਆਪਣਾ, ਤੁਸੀਂ ਸਮਝਦੇ ਹੋ ਨੋਵੇਅਰ ਇਨ ਇਸਲਾਮ ਐਟ ਆਲ। ਸੋ ਮਗਰ ਲੇਕਿਨ ਇਹ ਚੀਜ਼ ਪੈਨੀਟ੍ਰੇਟ ਕਰ ਰਹੀ ਹੈ ਪਾਕਿਸਤਾਨ ਦੇ ਵਿੱਚ ਵੀ। ਤੁਹਾਨੂੰ ਲੱਗਦਾ ਕਿ ਪਾਕਿਸਤਾਨ ਦੇ ਵਿੱਚ ਪਾਕਿਸਤਾਨ 'ਚ ਬੜਾ ਕੁਝ ਪੈਨੀਟ੍ਰੇਟ ਕਰ ਰਿਹਾ ਆਇਸ਼ਾ। ਪਾਕਿਸਤਾਨ 'ਚ ਬੜਾ ਗੰਦ ਆਪਣਾ ਪੈਨੀਟ੍ਰੇਟ ਕਰ ਰਿਹਾ। ਪਹਿਲੇ ਉਹਨੂੰ ਕਰੋਗੇ ਤੇ ਇਹ ਚੀਜ਼ਾਂ ਮੁੱਕਣਗੀਆਂ। I fought for that and I suffered for that. ਠੀਕ ਹੈ। ਪਾਕਿਸਤਾਨ ਇਹਦੀ ਅਸਲ ਹਮੇਸ਼ਾ ਪ੍ਰੋਬਲਮ ਨਹੀਂ ਦੇਖੀ ਦੇ ਹੁੰਦੇ, ਉਹ ਰੂਟ ਕਾਜ਼ ਦੇਖੀ ਦੀ ਜਿਹਦੀ ਵਜ੍ਹਾ ਨਾਲ ਪ੍ਰੋਬਲਮ ਆਕਰ ਕਰਦਾ ਹੈ। that is more important. ਬਿਲਕੁਲ ਸਹੀ। ਅਸਲ 'ਚ ਮਸਲਾ ਇਹ ਨਾ ਕਿ ਦੇਖੋ ਜਿਹੜੇ ਬਜ਼ੁਰਗ ਜਾਂ ਲੋਕ ਜਿਹੜੇ ਨੇ ਇਹਨਾਂ ਦੀ ਘਰ ਦੇ ਵਿੱਚ ਆਪਸ 'ਚ ਬਣਦੀ ਨਹੀਂ ਹੈਗੀ, ਤਾਂ ਉਹ 올ਡ ਏਜ ਹੋਮ 'ਚ ਜਿਹੜਾ ਨਾ ਉਹ ਆਪਣੇ ਪੇਰੈਂਟਸ ਨੂੰ ਰੱਖ ਦਿੰਦੇ ਨੇ, ਠੀਕ ਹੈ, ਤਾਂ ਕਿ ਲੜਾਈ ਝਗੜਾ ਨਾ ਹੋਵੇ। ਔਰ ਇਹ ਚੀਜ਼ ਫਿਰ ਪਾਕਿਸਤਾਨ 'ਚ ਵੀ ਲੋਕੀ ਕਰਦੇ ਨੇ। I know all about them, but this is not permitted in Islam. ਜਾਂ ਤਾਂ ਇਨਕਾਰੀ ਹੋ ਜਾਓ, ਤੁਸੀਂ ਮੁਸਲਮਾਨ ਨਾ ਰਹੋ, ਜਾਂ ਫਿਰ ਸ਼ਰਮ ਕਰ ਲਓ। There is no choice otherwise. If you are to go with the Muslim society, ਠੀਕ ਹੋ ਗਿਆ। This is not it. ਬਹੁਤ ਸ਼ੁਕਰੀਆ ਖਲੀਲ ਰਹਿਮਾਨ ਕਮਰ ਸਾਹਿਬ, ਤੁਸੀਂ ਟਾਈਮ ਦਿੱਤਾ ਔਰ ਇਸ ਮੁੱਦੇ ਤੇ ਰੋਸ਼ਨੀ ਪਾਈ। ਤੁਸੀਂ ਇਹ ਵੀ ਚੀਜ਼ ਆਖੀ ਕਿ ਜੀ ਅਸੀਂ ਚਾਹਾਂਗੇ ਕਿ ਜਿਹੜਾ ਨਾ ਉਹਦੇ ਉੱਤੇ ਵੀ ਰੋਸ਼ਨੀ ਪਾਈ ਜਾਵੇ ਔਰ ਕੁਝ ਡਰਾਮਾ ਜਿਹੜਾ ਨਾ ਉਹ ਲਿਖਿਆ ਜਾਵੇ। ਅਸੀਂ ਵੀ ਦੁਆ ਕਰਦੇ ਹਾਂ ਔਰ ਬਲਕਿ ਮੈਂ ਆਪਣੇ ਪ੍ਰੋਗਰਾਮ ਦੇ ਤਵਸਤ ਨਾਲ ਪੂਰੀ ਆਡੀਅנס ਨੂੰ ਜਿੰਨੇ ਵੀ ਦੇਖਣ ਵਾਲੇ ਨੇ ਮੈਨੂੰ ਚਾਹਾਂਗੇ ਕਿ ਇਹ ਇੱਕ ਐਸੇ ਰਿਸ਼ਤੇ ਹੁੰਦੇ ਆ, ਹਰ ਚੀਜ਼ ਦਾ ਤੁਹਾਨੂੰ ਮੁਤਬਾਦਲ ਮਿਲ ਸਕਦਾ ਹੈ ਲੇਕਿਨ ਮਾਂ ਬਾਪ ਦਾ ਮੁਤਬਾਦਲ ਨਹੀਂ ਮਿਲ ਸਕਦਾ ਕਦੇ ਵੀ, ਕਿਉਂਕਿ ਇਹ ਉਹ ਮੁਹੱਬਤ ਕਰਨ ਜਿਹੜੀ ਬੜੀ ਬੇਮਿਸਾਲ ਤੇ ਲਾਜ਼ਵਾਲ ਹੁੰਦੀ ਹੈ। ਇਹਨਾਂ ਦੀ ਡਾਂਟ ਟਪਟ ਵੀ ਕਦੀ ਕਦੀ ਇਸ ਤਰ੍ਹਾਂ ਹੁੰਦੀ ਹੈ ਕਿ ਆਪਾਂ ਨੂੰ ਲੱਗਦਾ ਕਿ ਬਸ ਹੁਣ ਸਾਡੀ ਚੱਲਣੀ ਕੋਈ ਨਹੀਂ ਹੈਗੀ, ਲੇਕਿਨ ਉਹ ਹਮੇਸ਼ਾ ਇਸਲਾਹ ਵਾਸਤੇ ਕਰਦੇ ਨੇ। ਮੇਰਾ ਨਹੀਂ ਖਿਆਲ ਕਿ ਕੋਈ ਵੀ ਮਾਂ ਬਾਪ ਆਪਣੇ ਔਲਾਦ ਦਾ ਜਿਹੜਾ ਨਾ ਉਹ ਬੁਰਾ ਚਾਹੁੰਦੇ ਹੋਣਗੇ, ਲੇਕਿਨ ਅੱਜ ਕੱਲ੍ਹ ਦੇ ਬੱਚਿਆਂ ਨੂੰ ਚਾਹੀਦਾ ਕਿ ਉਹ ਜਿਸ ਤਰ੍ਹਾਂ ਜਦੀਦ ਟੈਕਨੋਲੋਜੀ ਵੱਲ ਜਾ ਰਹੇ ਨੇ ਔਰ ਆਪਣੇ ਇਰਦ ਗਿਰਦ ਖਬਰ ਨਹੀਂ ਰੱਖਦੇ, ਨਜ਼ਰ ਨਹੀਂ ਰੱਖਦੇ, ਖਾਸ ਤੌਰ 'ਤੇ ਪੇਰੈਂਟਸ ਵੱਲ ਜਿਹੜਾ ਨਾ ਉਹਨਾਂ ਦਾ ਇੰਨਾ ਧਿਆਨ ਨਹੀਂ ਹੁੰਦਾ, ਤੇ ਇਹਨਾਂ ਰਿਸ਼ਤਿਆਂ ਤੋਂ ਜਿੰਨਾ ਤੁਸੀਂ ਫੈਜ਼ਯਾਬ ਹੋ ਸਕਦੇ ਹੋ। ਇਹਦੇ ਨਾਲ ਹੀ ਪ੍ਰੋਗਰਾਮ ਦਾ ਵਕਤ ਜਿਹੜਾ ਨਾ ਖਤਮ ਹੋ ਗਿਆ। ਤੁਹਾਡਾ ਮੁਲਾਕਾਤ ਹੋਈ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਲਈ ਅੱਲਾ ਨਿਗਹਿਬਾਨ।